मेरे दर्शकों सत श्री अकाल, नमस्कार, आदाब। ਅੱਜ ਦੇ ਸ਼ੋਅ ਵਿੱਚ ਮੇਰੇ ਨਾਲ ਸੀਨੀਅਰ ਪੱਤਰਕਾਰ ਬਲਬੀਰ ਸਿੰਘ ਜੰਡੂ ਹਨ। ਉਹਨਾਂ ਨਾਲ ਗੱਲ ਕਰਾਂਗੇ ਕੁਝ ਅਹਿਮ ਮਸਲਿਆਂ ਨੂੰ ਲੈ ਕੇ। ਪੰਜਾਬ ਦੇ ਵਿੱਚ ਮੂਸੇਵਾਲ ਦੇ ਕਤਲ ਤੋਂ ਬਾਅਦ ਪੰਜਾਬ ਸਰਕਾਰ ਨੇ ਉਹਦੀ ਸੁਰੱਖਿਆ ਕਿਉਂ ਘਟਾਈ, ਉਹਨੂੰ ਲੈ ਕੇ ਕਈ ਸਵਾਲ ਜਿਹੜੇ ਖੜੇ ਆ ਤੇ ਸਰਕਾਰ ਇਸ ਦਾ ਕੀ ਜਵਾਬ ਦੇਵੇ, ਕਿਉਂਕਿ ਇਸ ਦਾ ਜਵਾਬ ਤਾਂ ਜਿਹੜਾ ਅਦਾਲਤ 'ਚ ਵੀ ਦੇਣਾ ਪਏਗਾ ਤੇ ਕੇਂਦਰ ਸਰਕਾਰ ਨੂੰ ਵੀ ਇਹਦੇ ਤੇ ਦੱਸਣਾ ਪਏਗਾ। ਜਿਹੜੀ ਇਹਦੇ ਤੇ ਪੰਜਾਬ ਦੇ ਰਾਜਪਾਲ ਨੇ ਵੀ ਸੁਣਿਆ ਇੱਕ ਰਿਪੋਰਟ ਜਿਹੜੀ ਕੇਂਦਰ ਨੂੰ ਭੇਜੀ ਹੈ। ਸੋ ਇਸ ਮੁੱਦੇ ਤੇ ਕਾਫੀ ਪੇਚੀਦਗੀਆਂ ਜਿਹੜੀਆਂ ਪੰਜਾਬ ਸਰਕਾਰ ਲਈ ਬਣੀਆਂ ਹੋਈਆਂ ਨੇ। ਪੰਜਾਬ ਸਰਕਾਰ ਇਹਦੇ ਚੋਂ ਕਿਵੇਂ ਨਿਕਲੇਗੀ, ਇਹਦਾ ਹੱਲ ਕਰਨਾ। ਇਸ ਦੇ ਨਾਲ ਹੀ ਨਵੀਂ ਸਿੱਟ ਬਣਾ ਦਿੱਤੀ ਗਈ ਹੈ। ਉਹ ਸਿੱਟ ਦੇ ਵਿੱਚ ਕੁਝ ਹੋਰ ਜਿਹੜੇ ਆ ਅਧਿਕਾਰੀ ਸ਼ਾਮਲ ਕੀਤੇ ਗਏ ਆ। ਇਸ ਦੇ ਨਾਲ ਹੀ ਲਾਰੈਂਸ ਬਿਸ਼ਨੋਈ ਨੂੰ ਪੰਜਾਬ ਪ੍ਰੋਡਕਸ਼ਨ ਵਾਰੰਟ ਤੇ ਲਿਆਉਣ ਦੀ ਤਿਆਰੀ ਹੈ। ਇਸ ਤੋਂ ਇਲਾਵਾ ਦੋ ਹੋਰ ਜਿਹੜੇ ਆ ਇਹ ਜਿਹੜੇ ਜੇਲ੍ਹਾਂ 'ਚ ਬੰਦ ਗੈਂਗਸਟਰ ਸੀਗੇ, ਉਹਨਾਂ ਦੇ ਵੀ ਪ੍ਰੋਡਕਸ਼ਨ ਵਾਰੰਟ ਲਏ ਗਏ, ਉਹਨਾਂ ਨੂੰ ਵੀ ਉਹਨਾਂ ਕੋਲੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ। ਸੋ ਇਸ ਮਾਮਲੇ ਨਾਲ ਕਈ ਕੜੀਆਂ ਜੁੜਦੀਆਂ। ਜਿੰਨਾ ਚਿਰ ਇਸ ਮਾਮਲੇ ਦੇ ਵਿੱਚ ਕੋਈ ਪੁਖਤਾ ਮਤਲਬ ਜਿਹੜੇ ਅਹਿਮ ਵਿਅਕਤੀ ਨੇ ਜਾਂ ਅਹਿਮ ਉਹ ਸ਼ੂਟਰ ਨੇ ਜਿਨ੍ਹਾਂ ਨੇ ਮਾਰਿਆ ਸੀ, ਜਿੰਨਾ ਚਿਰ ਉਹ ਫੜੇ ਨਹੀਂ ਜਾਂਦੇ, ਉਹਨਾਂ ਚਿਰ ਪੰਜਾਬ ਪੁਲਿਸ, ਪੰਜਾਬ ਸਰਕਾਰ ਲਈ ਇਹ ਕੇਸ ਸਰਦਰਦੀ ਬਣਿਆ ਰਹੇਗਾ। ਇਸ ਕਰਕੇ ਪੰਜਾਬ ਸਰਕਾਰ ਪੂਰਾ ਜ਼ੋਰ ਨਾਲ ਇਸ ਮਾਮਲੇ ਨੂੰ ਹੱਲ ਕਰਨ ਲੱਗੀ ਹੋਈ ਹੈ। ਇਸ ਤੋਂ ਇਲਾਵਾ ਈਡੀ ਨੇ ਕਾਂਗਰਸ ਦੇ ਪ੍ਰਧਾਨ ਸੋਨੀਆ ਗਾਂਧੀ ਤੇ ਉਹਨਾਂ ਦੇ ਸੁਪੁੱਤਰ ਰਾਹੁਲ ਗਾਂਧੀ ਨੂੰ ਜਿਹੜੇ ਸੰਮਣ ਭੇਜੇ ਆ, ਉਹਦੇ ਬਾਰੇ ਚਰਚਾ ਕਰਾਂਗੇ। ਤੇ ਇਸੇ ਦੌਰਾਨ ਜਿਹੜਾ ਲਖੀਮਪੁਰ ਖੀਰੀ ਹੈ ਕਿਸਾਨ ਅੰਦੋਲਨ ਦੌਰਾਨ ਜਿਹੜਾ ਬਹੁਤ ਚਰਚਿਤ ਕੇਸ ਸੀਗਾ, ਜਿੱਥੇ ਸੁਪਰੀਮ ਕੋਰਟ ਜਾਣ ਤੋਂ ਬਾਅਦ ਜਿਹੜਾ ਉਹ ਦੋਸ਼ੀਆਂ ਦੇ ਖਿਲਾਫ ਕੁਝ ਕਾਰਵਾਈ ਹੋਈ ਆ, ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਸੁੱਟਿਆ ਗਿਆ। ਉਹਦਾ ਇੱਕ ਗਵਾਹ ਦਿਲਬਾਗ ਸਿੰਘ, ਜਿਹਦੇ ਦੇ ਉੱਪਰ ਹਮਲਾ ਹੋਇਆ, ਪਹਿਲਾਂ ਵੀ ਇੱਕ ਹੋਰ ਗਵਾਹ ਦੇ ਉੱਪਰ ਹਮਲਾ ਹੋਇਆ ਸੀਗਾ। ਇਸ ਤੋਂ ਇਲਾਵਾ ਕੁਝ ਹੋਰ ਮਸਲੇ ਵੀ ਆ, ਪਰ ਅਸੀਂ ਇਹਨਾਂ ਪਹਿਲੇ ਜਿਹੜਾ ਮਸਲਾ ਉਹਦੇ ਵੱਲ ਆਉਨੇ ਆ। ਜਿਹੜੀ ਸੁਰੱਖਿਆ ਦੇ ਮਸਲੇ ਨੂੰ ਲੈ ਕੇ ਤੇ ਜਿਹੜੀ ਜਾਂਚ ਚੱਲ ਰਹੀ ਆ, ਉਹਨੂੰ ਲੈ ਕੇ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਆ ਰਹੀਆਂ। ਤੇ ਪੰਜਾਬ ਪੁਲਿਸ ਜਿਹੜੀ ਆ ਉਹਨੇ ਕਈ ਟੀਮਾਂ ਬਣਾਈਆਂ ਜਿਹੜੀਆਂ ਲਗਾਤਾਰ ਛਾਪੇ ਮਾਰ ਰਹੀਆਂ। ਕੁਝ ਉਹਨਾਂ ਦੇ ਹੱਥ ਕਲੂ ਵੀ ਲੱਗੇ, ਕਾਫੀ ਅਹਿਮ ਸੁਰਾਗ ਵੀ ਲੱਗੇ ਆ। ਪਰ ਕਿਹਾ ਜਾਂਦਾ ਜੰਡੂ ਸਾਹਿਬ ਵੀ ਮਸਲਾ ਜਿੰਨਾ ਚਿਰ ਜਿਹੜਾ ਗੋਲਡੀ ਬਰਾੜ ਹੈ ਤੇ ਲਾਰੈਂਸ ਬਿਸ਼ਨੋਈ ਹੈ, ਉਹਨਾਂ ਨੂੰ ਚੰਗੀ ਤਰ੍ਹਾਂ ਉਹਨਾਂ ਕੋਲ ਇਸ ਮੁੱਦੇ ਤੇ ਇੰਟਰੋਗੇਸ਼ਨ ਨਹੀਂ ਹੁੰਦੀ, ਉਹਨਾਂ ਚਿਰ ਮਸਲੇ ਦਾ ਜਿਹੜਾ ਉਹ ਸਹੀ ਦਿਸ਼ਾ ਨਹੀਂ ਬਣੇਗੀ। ਇਸ ਮੁੱਦੇ ਤੇ ਤੁਸੀਂ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਗੱਲ ਇਹ ਹੈ ਕਿ ਪੰਜਾਬ ਪੁਲਿਸ ਲਈ ਇਹ ਸਭ ਤੋਂ ਵੱਡੀ ਚੁਣੌਤੀ ਬਣਿਆ ਹੋਇਆ ਇਸ ਸਮੇਂ ਦੀ। ਜਿਸ ਢੰਗ ਦੇ ਨਾਲ ਪੰਜਾਬ ਪੁਲਿਸ ਸਾਰੇ ਪਾਸੇ ਲੱਗੀ ਹੋਈ ਹੈ ਵੱਖ-ਵੱਖ ਖੇਤਰਾਂ 'ਚ, ਉਹਦੇ ਨਾਲ ਅਸੀਂ ਦੇਖਦੇ ਹਾਂ ਜਿਹੜੇ ਤੁਸੀਂ ਜ਼ਿਕਰ ਕੀਤਾ ਗੋਲਡੀ ਬਰਾੜ ਔਰ ਲਾਰੈਂਸ ਬਿਸ਼ਨੋਈ ਦਾ, ਉਸ ਸੰਬੰਧ ਦੇ ਵਿੱਚ ਬਕਾਇਦਾ ਗੋਲਡੀ ਬਰਾੜ ਨੇ ਤਾਂ ਇੱਕ YouTube ਚੈਨਲ ਨੂੰ ਵੀ ਫੋਨ ਕਰਕੇ ਆਪਣੇ ਵੱਲੋਂ ਪੂਰੀ ਉਹਦੀ ਜ਼ਿੰਮੇਵਾਰੀ ਲਈ ਆ, ਔਰ ਉਸ ਚੈਨਲ ਦੇ ਜਿਹੜੇ ਇਹ ਨੇ ਉਹਨਾਂ ਨੇ ਵੀ ਆਪਣੇ ਜਿਹੜੀ ਪ੍ਰੋਗਰਾਮ ਪੇਸ਼ ਕੀਤਾ, ਉਹਦੇ ਵਿੱਚ ਇਸ ਸਾਰੇ ਕੁਝ ਦਾ ਖੁਲਾਸਾ ਕੀਤਾ ਕਿ ਗੋਲਡੀ ਨੇ ਉਹਨਾਂ ਨੂੰ ਕੀ ਕਿਹਾ। ਸੋ ਇਸ ਕਰਕੇ ਇੱਕ ਪਾਸਾ ਤਾਂ ਉਹ ਹੈ ਕਿ ਜਿਹੜਾ ਕਿ ਵਿਦੇਸ਼ 'ਚ ਬੈਠੇ ਲੋਕ, ਉਹਦੇ ਲਈ ਇਹ ਹੈਗਾ ਕਿ ਜਿਹੜਾ ਪੰਜਾਬ ਸਰਕਾਰ ਹੈ ਸਿੱਧੇ ਤੌਰ ਤੇ ਕੁਝ ਨਹੀਂ ਕਰ ਸਕਦੀ, ਉਹਨੂੰ ਥਰੂ ਜਾਂ ਹੋਮ ਮਿਨਿਸਟਰੀ, ਗ੍ਰਹਿ ਮੰਤਰਾਲੇ ਰਾਹੀਂ, ਕੇਂਦਰ ਸਰਕਾਰ ਰਾਹੀਂ, ਉੱਥੋਂ ਦੀ ਕੈਨੇਡਾ ਸਰਕਾਰ ਤੱਕ ਪਹੁੰਚ ਕਰਕੇ ਤਾਂ ਉਹ ਸਾਰਾ ਕੁਝ ਨੂੰ ਉਹਦੇ ਵਿੱਚ ਕਾਨੂੰਨ ਕਿੱਥੋਂ ਤੱਕ ਕਿੰਨਾ ਸਮਾਂ ਲੈਂਦੀ ਹੈ ਕਾਨੂੰਨੀ ਪ੍ਰਕਿਰਿਆ, ਇਹ ਕੁਝ ਨਹੀਂ ਕਿਹਾ ਜਾ ਸਕਦਾ। ਸੋ ਕਿਉਂਕਿ ਉਹ ਮਾਮਲਾ ਇੱਕ ਵਿਦੇਸ਼ੀ ਧਰਤੀ ਤੇ ਜੁੜਿਆ ਹੋਇਆ, ਉੱਥੋਂ ਦੇ ਕਾਨੂੰਨਾਂ ਮੁਤਾਬਕ ਕਿਸ ਤਰ੍ਹਾਂ ਦੇ ਕੈਨੇਡਾ ਔਰ ਭਾਰਤ ਦੇ ਵਿਚਾਲੇ ਇਹਨਾਂ ਗੱਲਾਂ ਨੂੰ ਲੈ ਕੇ ਸਮਝੌਤੇ ਹੈਗੇ। ਕਿਉਂਕਿ ਪਹਿਲਾਂ ਵੀ ਬਹੁਤ ਸਾਰੇ ਜਦੋਂ ਇੱਥੇ ਅੱਤਵਾਦ ਦਾ ਦੌਰ ਸੀ, ਉਦੋਂ ਵੀ ਲੋਕ ਉੱਥੇ ਬਹੁਤ ਸਾਰੇ ਜਾ ਕੇ ਸ਼ਰਨ ਲੈਂਦੇ ਰਹੇ। ਸੋ ਇਸ ਕਰਕੇ ਇਹ ਇੱਕ ਪੱਖ ਹੈਗਾ। ਦੂਸਰਾ ਪੱਖ ਹੈਗਾ ਕਿ ਜਿਹੜਾ ਤੁਸੀਂ ਇੱਥੋਂ ਦੀ ਗੱਲ ਕੀਤੀ ਹੈ ਕਿ ਲਾਰੈਂਸ ਬਿਸ਼ਨੋਈ ਜਿਹੜਾ, ਵੈਸੇ ਜੰਡੂ ਸਾਹਿਬ ਜਿਹੜਾ ਜੱਸੀ ਕਤਲ ਕਾਂਡ ਹੋਇਆ ਸੀਗਾ, ਉਹਦੇ ਵਿੱਚ ਹਵਾਲਗੀ ਦੇ ਤਹਿਤ ਜਿਹੜਾ ਦੋ ਵਿਅਕਤੀ ਜਿਹੜੇ ਆ, ਉਹਦੀ ਮਾਂ ਨੂੰ, ਉਹਦੇ ਹੋਰ ਰਿਸ਼ਤੇਦਾਰਾਂ ਨੂੰ ਲਿਆਂਦਾ ਗਿਆ ਸੀਗਾ। ਇਹ ਮੇਰੇ ਖਿਆਲ ਹਵਾਲਗੀ ਰਾਹੀਂ ਜਿਹੜੀ ਟੀਟੀ ਹੋਈ ਹੈ, ਸੰਧੀ ਹੋਈ ਹੈ, ਉਹਦੇ ਤਹਿਤ ਲਿਆਂਦੇ ਜਾ ਸਕਦੇ। ਹਵਾਲਗੀ ਰਾਹੀਂ ਲਿਆਂਦੇ ਜਾ ਸਕਦੇ, ਪਰ ਕਾਨੂੰਨੀ ਪ੍ਰਕਿਰਿਆ ਐਡੀ ਸਿੱਧੀ ਨਹੀਂ ਹੈ ਕਿ ਆਪਾਂ ਉਹਦਾ ਕੋਈ ਰਿਜ਼ਲਟ ਆ ਜਾਊਗਾ। ਮੇਰਾ ਕਹਿਣ ਤੋਂ ਭਾਵ ਇਹ ਹੈ ਕਿ ਉਹ ਸਮਾਂ ਲੱਗੇਗਾ, ਕਿਉਂਕਿ ਉਹ ਸਿੱਧਾ ਪੰਜਾਬ ਸਰਕਾਰ ਉਹਦੇ 'ਚ ਨਹੀਂ ਕਰ ਸਕਦੀ, ਉਹਦੇ 'ਚ ਤਾਂ ਕੇਂਦਰ ਸਰਕਾਰ ਦੇ ਥਰੂ ਹੀ ਉਹਨਾਂ ਨੂੰ ਪਹੁੰਚ ਕਰਨੀ ਪਏਗੀ, ਵਿਦੇਸ਼ ਮੰਤਰਾਲੇ ਦੇ ਥਰੂ ਹੀ ਉੱਥੇ ਪਹੁੰਚ ਕਰਨੀ ਪਏਗੀ। ਸੋ ਇਸ ਕਰਕੇ ਇਹ ਇੱਕ ਪੱਖ ਹੈਗਾ। ਦੂਸਰਾ ਪੱਖ ਹੈਗਾ ਕਿ ਜਿਹੜੇ ਇੱਥੇ ਜਿਨ੍ਹਾਂ ਨੇ ਜ਼ਿੰਮੇਵਾਰੀ ਲਈ, ਜਿਵੇਂ ਲਾਰੈਂਸ ਬਿਸ਼ਨੋਈ ਹੈ, ਜਿਹੜਾ ਦਿੱਲੀ ਦੀ ਤਿਹਾੜ ਜੇਲ੍ਹ 'ਚ ਬੰਦ ਸੀਗਾ, ਉੱਥੋਂ ਦਿੱਲੀ ਦੇ ਸਪੈਸ਼ਲ ਪੁਲਿਸ ਸੈੱਲ ਨੇ ਉਹਨੂੰ ਲੈ ਕੇ ਤੇ ਉਹਦੇ
ਜਿਹੜੀ ਆ ਪੁੱਛ ਪੜਤਾਲ ਉਹਦੇ ਤੋਂ ਕੀਤੀ ਹੈ, ਪਰ ਉਹ ਆਪਣੇ ਦੇ ਬਚਾਅ ਦੇ ਲਈ ਉਹ ਵੀ ਪਹਿਲਾਂ ਉਹਨਾਂ ਨੇ ਉੱਥੇ NIA ਦੀ ਅਦਾਲਤ ਵਿੱਚ ਇੱਕ ਅਰਜ਼ੀ ਦਾਖਲ ਕੀਤੀ ਬਿਸ਼ਨੋਈ ਦੇ ਵਕੀਲ ਨੇ, ਔਰ ਉਹਦੇ 'ਚ ਕਿਹਾ ਗਿਆ ਕਿ ਬਿਸ਼ਨੋਈ ਨੂੰ ਇਸ ਗੱਲ ਦਾ ਖਤਰਾ ਹੈ ਕਿ ਉੱਥੇ ਉਹਨੂੰ ਮੁਕਾਬਲੇ 'ਚ ਮਾਰਿਆ ਜਾ ਸਕਦਾ ਪੰਜਾਬ ਦੇ ਪੁਲਿਸ ਜੇ ਲੈ ਕੇ ਜਾਂਦੀ ਹੈ। ਉਸ ਤੋਂ ਬਾਅਦ ਉਹਨਾਂ ਨੇ ਦਿੱਲੀ ਹਾਈ ਕੋਰਟ 'ਚ ਐਪਲੀਕੇਸ਼ਨ ਦਿੱਤੀ। ਹੁਣ ਦਿੱਲੀ ਹਾਈ ਕੋਰਟ ਤੋਂ ਵੀ ਉਹਨਾਂ ਨੇ ਵਾਪਸ ਲੈ ਕੇ ਤੇ ਪੰਜਾਬ ਹਾਈ ਕੋਰਟ ਦਾ ਜਿਹੜਾ ਰੁਖ ਕੀਤਾ ਇਸ ਮਾਮਲੇ 'ਚ। ਇੱਕ ਪੱਖ ਤਾਂ ਇਹ ਹੈਗਾ। ਦੂਸਰਾ ਪੱਖ ਇਹ ਹੈ ਕਿ ਜਿਹੜਾ ਪੁਲਿਸ ਕਹਿ ਰਹੀ ਹੈ ਕਿ ਪੁੱਛ ਪੜਤਾਲ 'ਚ ਪੂਰਾ ਸਹਿਯੋਗ ਨਹੀਂ ਕਰ ਰਿਹਾ। ਇੱਕ ਨਾਲ ਉਹ ਕਹਿ ਰਿਹਾ ਕਿ ਵੀ ਉਹਨੇ ਆਪਣੇ ਆਪ ਨੂੰ ਜਿਹੜੀ ਫੇਸਬੁੱਕ ਪਾਈ ਸੀਗੀ ਉਹਨਾਂ ਨੇ ਲਾਈਵ, ਜਿਹਦੇ ਵਿੱਚ ਜ਼ਿੰਮੇਵਾਰੀ ਲਈ ਗਈ ਸੀ, ਉਹਦੇ ਤੋਂ ਉਹ ਆਪਣੇ ਆਪ ਨੂੰ ਵੱਖ ਕਰਦਾ ਹੈ। ਸੋ ਇਸ ਕਰਕੇ ਇਹਦੇ ਵਿੱਚ ਨਵੀਆਂ ਚੀਜ਼ਾਂ ਹੋਰ ਆਉਣ ਦੀ ਸੰਭਾਵਨਾ ਹੈ। ਜਿਸ ਤਰ੍ਹਾਂ ਸ਼ਾਹਰੁਖ ਦੀ ਅਸੀਂ ਗੱਲ ਕਰਦੇ ਹਾਂ, ਯੂਸਫ ਦੀ ਗੱਲ ਕਰਦੇ ਹਾਂ, ਉਹਨਾਂ ਤੋਂ ਜਿਹੜੀ ਪੜਤਾਲ ਕਰਕੇ ਸਾਹਮਣੇ ਆਈ ਸੀ ਗੱਲ, ਔਰ ਉੱਥੋਂ ਦੀ ਦਿੱਲੀ ਪੁਲਿਸ ਇੱਕ ਦਾਅਵਾ ਕਰਦੀ ਹੈ ਕਿ ਅਸੀਂ ਪੰਜਾਬ ਪੁਲਿਸ ਨੂੰ ਇਸ ਗੱਲ ਲਈ ਸੂਚਿਤ ਕਰ ਦਿੱਤਾ ਸੀਗਾ ਕਿ ਸਿੱਧੂ ਮੂਸੇਵਾਲਾ ਦੀ ਜਾਨ ਨੂੰ ਖਤਰਾ ਹੈਗਾ ਤੇ ਉਹਨੂੰ ਮਾਰਨ ਦੀ ਸਾਜ਼ਿਸ਼ ਜਿਹੜੀ ਹੈ ਤਿਹਾੜ ਜੇਲ੍ਹ ਦੇ ਅੰਦਰ ਰਚੀ ਗਈ ਹੈ। ਸੋ ਇਸ ਗੱਲ ਦਾ ਵੀ ਅਜੇ ਪੂਰੀ ਤਰ੍ਹਾਂ ਖੁਲਾਸਾ ਹੋਣਾ ਹੈ। ਅਸੀਂ ਦੇਖਦੇ ਹਾਂ ਕਿ ਦੂਸਰੇ ਪਾਸੇ ਜੇਲ੍ਹਾਂ ਦੇ ਵਿੱਚ ਵੀ ਇਹਨਾਂ ਗੱਲਾਂ ਨੂੰ ਲੈ ਕੇ ਝਗੜੇ ਸ਼ੁਰੂ ਹੋ ਗਏ। ਕੱਲ ਫਿਰੋਜ਼ਪੁਰ ਦੀ ਜੇਲ੍ਹ ਦੇ ਵਿੱਚ ਹਵਾਲਾਤੀਆਂ ਦੇ ਵਿਚਾਲੇ ਔਰ ਜਿਹੜੇ ਗੈਂਗਸਟਰ ਉੱਥੇ ਹੈਗੇ ਆ ਜਾਂ ਉਹਨਾਂ ਦੇ ਹਮਾਇਤੀ ਹੈਗੇ ਆ, ਉਹਨਾਂ ਦੇ ਵਿਚਾਲੇ ਇਸ ਗੱਲ ਨੂੰ ਲੈ ਕੇ ਵੀ ਝਗੜਾ ਹੋਇਆ। ਜਿਹੜੀ ਮਨਪ੍ਰੀਤ ਮੰਨਾ ਜਿਹੜਾ ਫੜਿਆ ਗਿਆ ਕਿ ਕਿਸੇ ਨੇ ਅੰਦਰੋਂ ਮੁਖਬਰੀ ਕੀਤੀ, ਏਦਾਂ ਦੇ ਦੋਸ਼ ਇੱਕ ਦੂਜੇ ਦੇ ਉੱਤੇ ਲੱਗੇ ਹੈਗੇ। ਤਾਂ ਇਸ ਕਰਕੇ ਇਹ ਲੜਾਈ ਜਿਹੜੀ ਹੈ ਉੱਥੋਂ ਨਾਲ ਦੀ ਨਾਲ ਜੇਲ੍ਹਾਂ ਦੇ ਅੰਦਰ ਵੀ ਜਿਹੜੇ ਉਹਨਾਂ ਦੇ ਗਰੁੱਪ ਬੰਦ ਹੈਗੇ ਆ, ਜੇਲ੍ਹਾਂ ਦੇ ਅੰਦਰ ਸਜ਼ਾ ਕੱਟ ਰਹੇ ਆ ਜਾਂ ਉਹ ਹਿਰਾਸਤ 'ਚ ਨੇ, ਉਹ ਵੀ ਉੱਥੇ ਆਪਸ ਵਿੱਚ ਭਿੜ ਰਹੇ ਆ। ਤੇ ਨਾਲ ਹੀ ਇਹਦੇ ਇੱਕ ਪੱਖ ਇਹ ਵੀ ਹੈ ਕਿ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਕਿ ਜਿਹੜੇ ਦੂਸਰੇ ਪਾਸੇ ਗਰੁੱਪ ਹੈ, ਜਿਹੜੇ ਜਿਹਨੂੰ ਬੰਬੀਹਾ ਗਰੁੱਪ ਕਿਹਾ ਜਾਂਦਾ, ਉਹਦੇ ਨਾਲ ਵੀ 4-5 ਹੋਰ ਜਿਹੜੇ ਗਰੁੱਪਾਂ ਨੇ ਰਲ ਕੇ ਤਾਂ ਇਸ ਗੱਲ ਦਾ ਧਮਕੀ ਦਿੱਤੀ ਹੈ ਕਿ ਅਸੀਂ ਬਦਲਾ ਲੈਣ ਦੀ ਧਮਕੀ ਦਿੱਤੀ ਹੈ, ਬਦਲਾ ਲੈਣ ਦੀ ਧਮਕੀ ਦਿੱਤੀ। ਤੇ ਸੋ ਇਸ ਕਰਕੇ ਇਹ ਜਿਹੜੇ ਇਹਦੇ ਕਈ ਆਸਪੈਕਟ ਨੇ, ਕਈ ਦਿਸ਼ਾਵਾਂ ਬਣ ਰਹੀਆਂ। ਇਹ ਜੋ ਕੁਝ ਹੱਤਿਆਕਾਂਡ ਹੋਇਆ ਇਸ ਤੋਂ ਬਾਅਦ ਖਾਸ ਕਰਕੇ, ਔਰ ਵੱਖ-ਵੱਖ ਜਿਹੜੇ ਹੁਣ ਜਿਸ ਤਰ੍ਹਾਂ ਦੇ ਜਿੱਥੇ CCTV ਕੈਮਰੇ ਲੱਗੇ, ਉਹ ਸਾਰਿਆਂ ਦੀਆਂ ਜਿਹੜੀਆਂ ਪੁਲਿਸ ਵੱਲੋਂ ਵੀ ਉਹਨਾਂ ਨੂੰ ਖੰਗਾਲਿਆ ਜਾ ਰਿਹਾ। ਸੋ ਇੱਕ ਇਹ ਹਿੱਸਾ ਹੈਗਾ। ਦੂਸਰੇ ਪਾਸੇ ਹੈਗਾ ਕਿ ਸਰਕਾਰ ਲਈ ਮੁਸ਼ਕਲ ਇਸ ਗੱਲ ਹੀ ਬਣੀ ਹੈ ਕਿ ਇਹ ਸਾਰੀਆਂ ਗੱਲਾਂ ਦੇ ਬਾਵਜੂਦ ਸਰਕਾਰ ਨੇ ਸੁਰੱਖਿਆ ਕਿਉਂ ਵਾਪਸ ਲਈ। ਇੱਕ ਦੂਸਰਾ ਇਹ ਹੈ ਕਿ ਜਿਹੜੇ ਵੀ 424 ਲੋਕਾਂ ਤੋਂ ਉਹਨਾਂ ਨੇ ਸੁਰੱਖਿਆ ਵਾਪਸ ਲਈ ਸੀ, ਚਾਹੇ ਉਹ ਅਕਾਲੀ ਆਗੂ ਸੀ, ਚਾਹੇ ਕਾਂਗਰਸ ਆਗੂ ਸੀ, ਚਾਹੇ ਭਾਰਤੀ ਜਨਤਾ ਪਾਰਟੀ ਦੇ ਆਗੂ ਸੀ, ਚਾਹੇ ਸਮਾਜ ਸੇਵੀ ਸੀ, ਉਹਨਾਂ ਸਾਰਿਆਂ ਨੇ ਨਵੇਂ ਸਿਰੇ ਤੋਂ ਆਪਣੇ ਪੁਲਿਸ ਕੋਲ ਅਰਜ਼ੀਆਂ ਲਾਉਣੀਆਂ ਸ਼ੁਰੂ ਕਰਤੀਆਂ ਕਿ ਸਾਡੀ ਸੁਰੱਖਿਆ ਜਿਹੜੀ ਵਧਾਈ ਜਾਵੇ, ਖਾਸ ਕਰਕੇ ਇਸ ਘਟਨਾ ਤੋਂ ਬਾਅਦ। ਤੇ 100 ਦੇ ਕਰੀਬ ਗਿਣਤੀ ਉਹ ਦੱਸਦੇ ਆ ਜੇ ਲੋਕਾਂ ਦੀ, ਇਹ ਤਾਂ ਹੈ ਜਿਹੜੀ ਪੁਲਿਸ ਕੋਲ ਆਈਆਂ। ਦੂਸਰੇ ਪਾਸੇ ਅਸੀਂ ਦੇਖਦੇ ਹਾਂ ਕਿ ਹਾਈ ਕੋਰਟ ਦੇ ਵਿੱਚ ਵੀ ਅਰਜ਼ੀਆਂ ਦੇ ਕਾਫੀ ਵੱਡੇ ਜਿਹੜੇ ਢੇਰ ਕਹਿੰਦੇ ਲੱਗ ਰਿਹਾ, ਜਿਹੜੀ ਸੁਰੱਖਿਆ ਮੰਗ ਰਹੇ ਲੋਕ, ਜਿਨ੍ਹਾਂ ਦੀ ਸੁਰੱਖਿਆ ਵਾਪਸ ਲਈ ਗਈ ਆ, ਉਹ ਸਾਰੇ ਨੇ। ਸੁਖਪਾਲ ਖਹਿਰਾ ਜਿਹੜੇ ਕਾਂਗਰਸ ਵਿਧਾਇਕ ਆ, ਪਹਿਲਾਂ ਆਪਸ ਦੇ ਵਿੱਚ ਵੀ ਸੀ, ਉਹਨਾਂ ਦਾ ਜਨਤਕ ਤੌਰ ਤੇ ਕਿਹਾ ਵੀ ਮੇਰੀ ਸੁਰੱਖਿਆ ਵਧਾਓ। ਅਰਜ਼ੀਆਂ ਦੇਣ ਵਾਲਿਆਂ ਤੋਂ ਇਲਾਵਾ ਉਹਨੇ ਸਿੱਧਾ DGP ਨੂੰ ਕਿਹਾ ਵੀ ਮੇਰੀ ਸੁਰੱਖਿਆ ਵਧਾਈ ਜਾਵੇ, ਜੇ ਨਹੀਂ ਵਧਾਓਗੇ ਤਾਂ ਮੈਨੂੰ ਜੇ ਕੱਲ ਨੂੰ ਹੋ ਗਿਆ ਤਾਂ ਤੁਸੀਂ ਜ਼ਿੰਮੇਵਾਰ ਹੋਗੇ। ਨਹੀਂ, ਉਹਦੇ ਵਿੱਚ ਕੁਝ ਆਗੂ ਤਾਂ ਜੰਮੂ ਪੁਲਿਸ ਵਾਲੇ ਕਹਿ ਰਹੇ ਕਿ ਇੱਥੋਂ ਤੱਕ ਕਹਿ ਰਹੇ ਕਿ ਜੇ ਤੁਹਾਨੂੰ ਲੱਗਦਾ ਕਿ ਸਾਨੂੰ ਖਤਰਾ ਨਹੀਂ ਹੈ ਤਾਂ ਸਾਨੂੰ ਲਿਖਤੀ ਤੌਰ ਤੇ ਦਿੱਤਾ ਜਾਵੇ। ਹਾਂਜੀ ਕਿ ਕੋਈ ਵੀ ਏਦਾਂ ਦੀ ਰਿਪੋਰਟ ਨਹੀਂ ਹੈ। ਉਸ ਕਰਕੇ ਜਿਹੜੀ ਪੁਲਿਸ ਵੀ ਕਾਫੀ ਕਸੂਤੀ ਸਥਿਤੀ 'ਚ ਫਸੀ ਹੈ। ਸਰਕਾਰ ਕਸੂਤੀ ਸਥਿਤੀ 'ਚ ਇਸ ਕਰਕੇ ਫਸੀ ਹੈ ਕਿ ਜਿਸ ਦਿਨ ਸੁਰੱਖਿਆ ਵਾਪਸ ਲਈ ਗਈ, ਉਸ ਦਿਨ ਜਿਹੜਾ ਇਸ ਗੱਲ ਦਾ ਅਨਾਉਂਸਮੈਂਟ ਹੋਈ, ਉਹ ਜਿਹੜਾ ਮੁੱਖ ਮੰਤਰੀ ਦਾ ਟਵਿੱਟਰ ਹੈਂਡਲ ਹੈ, ਫੇਸਬੁੱਕ ਹੈਂਡਲ ਹੈ, ਉਹਦੇ ਉੱਤੇ ਕੀਤੀ ਗਈ। ਔਰ ਉਸ ਦੇ ਬਾਰੇ ਵੀ ਕਈ ਤਰ੍ਹਾਂ ਦੀ ਜਿਹੜੀਆਂ ਚਰਚਾਵਾਂ ਜਿਹੜੀ ਮੀਡੀਆ 'ਚ ਆ ਰਹੀਆਂ ਕਿ ਉਸ ਨੂੰ ਜਿਹੜੀ ਲੜਕੀ ਹੈਂਡਲ ਕਰਦੀ ਆ ਉਹ ਦਿੱਲੀ ਤੋਂ ਆ। ਸੋ ਇਸ ਕਰਕੇ ਕਈ ਤਰ੍ਹਾਂ ਦੀਆਂ ਉਂਗਲਾਂ ਉੱਠ ਰਹੀਆਂ ਕਿ ਜਿਹੜਾ ਸੀਕ੍ਰੇਟ ਐਕਟ ਦੇ ਤਹਿਤ, ਜਿਹਦੀ ਕਿ ਬਕਾਇਦਾ ਜਦੋਂ ਸਹੁੰ ਚੁੱਕੀ ਜਾਂਦੀ ਹੈ ਸੰਵਿਧਾਨ ਦੀ, ਜਦੋਂ ਮੁੱਖ ਮੰਤਰੀ ਸਹੁੰ ਚੁੱਕਦਾ ਜਾਂ ਮੰਤਰੀ ਚੁੱਕਦੇ ਆ, ਤਾਂ ਉਹ ਭੇਤ ਗੁਪਤ ਰੱਖਣ ਦੀ ਜਿਹੜੀ ਸਹੁੰ ਹੁੰਦੀ ਹੈ ਕਿ ਉਸ ਦਾ ਵੀ ਉਲੰਘਣ ਹੋਇਆ, ਔਰ ਬਕਾਇਦਾ ਜਿਹੜੀ ਸੁਰੱਖਿਆ ਐਕਟ ਹੈ ਉਸ ਦੀ ਵੀ ਉਲੰਘਣਾ। ਤੇ ਉਸ ਗੱਲ ਨੂੰ ਵੀ ਲੈ ਕੇ ਜਿਹੜੇ ਕਾਂਗਰਸ ਆਗੂ, ਅਕਾਲੀ ਆਗੂ ਜਿਹੜੇ ਆ, ਉਹ ਸਰਕਾਰ ਤੇ ਨੂੰ ਇਸ ਲਈ ਜ਼ਿੰਮੇਵਾਰ ਠਹਿਰਾ ਰਿਹਾ ਹੈ। ਇਹਦੇ ਲਈ ਉਹਦੇ ਤੇ ਸਾਰਾ ਦੋਸ਼ ਸਰਕਾਰ ਤੇ ਲਾ ਰਿਹਾ। ਨਾਲ ਦੀ ਨਾਲ ਦੂਸਰੇ ਪਾਸੇ ਪੋਲੀਟੀਕਲ ਪਾਰਟੀਆਂ ਜਿਹੜੀਆਂ ਉਹ ਰਾਜਪਾਲ ਨੂੰ ਵੀ ਮਿਲੀਆਂ, ਔਰ ਰਾਜਪਾਲ ਨੂੰ ਵੀ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਦੇਖੋ ਇੱਥੇ ਜਿਹੜੀ ਸੁਰੱਖਿਆ ਸੀਕ੍ਰੇਟ ਐਕਟ ਹੈਗਾ, ਸਿਕਿਉਰਿਟੀ ਸੀਕ੍ਰੇਟ ਐਕਟ, ਉਹਦੀ ਉਲੰਘਣਾ ਹੋਈ ਹੈ, ਤਾਂ ਇਸ ਕਰਕੇ ਇਸ ਸਰਕਾਰ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ। ਤੇ ਪਤਾ ਇਹ ਵੀ ਲੱਗਿਆ ਜਿਹੜੀਆਂ ਰਿਪੋਰਟਾਂ ਆ ਰਹੀਆਂ ਕਿ ਰਾਜਪਾਲ ਨੇ ਵੀ ਆਪਣੀ ਰਿਪੋਰਟ ਇਸ ਸੰਬੰਧ ਵਿੱਚ ਹੋਮ ਮਿਨਿਸਟਰੀ ਨੂੰ ਦੇ ਦਿੱਤੀ ਹੈ। ਸੋ ਇਸ ਕਰਕੇ ਇੱਕ ਤਾਂ ਸਰਕਾਰ ਲਈ ਇਹ ਵੱਡੀ ਮੁਸ਼ਕਲ ਹੈ। ਦੂਸਰੇ ਪਾਸੇ ਲੋਕਾਂ 'ਚ ਜਿਹੜਾ ਇੱਕ ਸਹਿਮ ਔਰ ਡਰ ਦਾ ਮਾਹੌਲ ਹੈ। ਤੀਸਰਾ ਇਹ ਹੈ ਕਿ ਜਿਸ ਤਰ੍ਹਾਂ
ਗੈਂਗ ਜਿਹੜੀ ਵਾਰ ਹੈ ਸ਼ੁਰੂ ਹੋਈ ਹੈ ਇੱਥੇ, ਉਹ ਅੱਗੇ ਕੀ ਹੋਏਗਾ, ਉਹਦੇ ਵਿੱਚ ਕੀ ਵਾਪਰਦਾ ਹੈ, ਜਨੂ ਸਾਹਿਬ, ਪੁਲਿਸ ਇਸ ਕਿੰਨਾ ਮੁੱਦੇ ਤੇ ਇਸੇ ਮੁੱਦੇ ਤੇ ਸਰਕਾਰ ਨੂੰ ਅੱਜ ਪੰਜਾਬ ਹਰਿਆਣਾ ਹਾਈ ਕੋਰਟ 'ਚ ਵੀ ਜਵਾਬ ਦੇਣਾ ਪਏਗਾ ਵੀ ਇਹ ਸੁਰੱਖਿਆ ਘਟਾਈ ਕਿਉਂ। ਇੱਕ ਕੇਸ ਜਿਹੜਾ ਓਪੀ ਸੋਨੀ ਜਿਹੜੇ ਡਿਪਟੀ ਮੁੱਖ ਮੰਤਰੀ ਸੀ ਉਹਨਾਂ ਨੇ ਪਾਇਆ ਹੋਇਆ, ਉਹਦੇ 'ਚ ਜਵਾਬ, ਭਾਵੇਂ ਉਹਦੀ ਸੁਰੱਖਿਆ ਦਾ ਮਾਮਲਾ ਸੀ, ਪਰ ਅਦਾਲਤ ਨੇ ਇਸ ਮਾਮਲੇ 'ਚ ਵੀ ਜਵਾਬ ਜਿਹੜਾ ਪੰਜਾਬ ਸਰਕਾਰ ਕੋਲੋਂ ਮੰਗਿਆ। ਉਹਨਾਂ ਨੇ ਜਿਹੜੀਆਂ ਇਸ ਕਿਸਮ ਦੀਆਂ ਇਸ ਨੇਚਰ ਦੀਆਂ ਅਰਜ਼ੀਆਂ ਸੀ ਉਹਨਾਂ ਨੂੰ ਸ਼ਾਇਦ ਉਹਨਾਂ ਨੇ ਕਲੱਪ ਕਰ ਲਿਆ ਹੋਇਆ। ਤਾਂ ਸੋ ਇਸ ਕਰਕੇ ਇਹਦੇ ਤੇ ਹੁਣ ਜਿਹੜਾ ਫੈਸਲਾ ਆਏਗਾ, ਸਰਕਾਰ ਨੂੰ ਇੱਕ ਪਾਸੇ ਤਾਂ ਅਦਾਲਤ ਤੋਂ ਜਿਹੜਾ ਕੀ ਆਰਡਰ ਆਉਂਦਾ ਉਹ ਹੈ, ਦੂਸਰਾ ਉਹਨਾਂ ਨੂੰ ਹੁਣ ਆਪ ਵੀ ਜਿਸ ਤਰ੍ਹਾਂ ਹੋਮ ਮਿਨਿਸਟਰੀ ਨੂੰ ਵੀ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ। ਉਹ ਇਸ ਕਰਕੇ ਕਿ ਸਰਹੱਦੀ ਸੂਬਾ ਹੋਣ ਕਰਕੇ ਜਿਸ ਤਰ੍ਹਾਂ ਦੀ ਇੱਥੇ ਸਥਿਤੀ ਬਣਦੀ ਜਾ ਰਹੀ ਹੈ, ਉਹਦੇ ਤੋਂ ਇੱਥੋਂ ਦੇ ਲੋਕ ਤਾਂ ਚਿੰਤਤ ਹੈ ਹੀ ਹੈ, ਔਰ ਨਾਲ ਦੀ ਨਾਲ ਇਹ ਵੀ ਹੈ ਕਿ 6 ਜੂਨ ਦਾ ਦਿਹਾੜਾ ਜਿਹੜਾ ਘੱਲੂਘਾਰਾ ਦਿਵਸ ਹੈ ਉਹ ਵੀ ਆ ਰਿਹਾ ਹੈ। ਉਸ ਦੇ ਸਬੰਧ ਦੇ ਵਿੱਚ ਵੀ ਹੁਣ ਬੇਸ਼ੱਕ ਸਰਕਾਰ ਇਹ ਕਹਿ ਰਹੀ ਸੀ ਪਹਿਲਾਂ ਕਿ ਅਸੀਂ ਜਿਹੜੀ ਸੁਰੱਖਿਆ ਵਾਪਸ ਲਈ ਸੀ, ਅਸੀਂ 6 ਜੂਨ ਦੀਆਂ ਦਿਨ ਨਿਕਲਣ ਤੋਂ ਬਾਅਦ ਅਸੀਂ ਉਹ ਵਾਪਸ ਦੇ ਦੇਣੀ ਸੀ, ਪਰ ਉਸ ਗੱਲ ਦੇ ਉੱਤੇ ਕੋਈ ਯਕੀਨ ਨਹੀਂ ਕਰ ਰਿਹਾ, ਉਹਨੂੰ ਕੋਈ ਮੰਨ ਨਹੀਂ ਰਿਹਾ। ਤੇ ਹੁਣ ਉੱਥੇ ਸਰਕਾਰ ਨੇ ਅੰਮ੍ਰਿਤਸਰ ਦੇ ਵਿੱਚ ਵੀ ਉਸ ਦਿਨ ਜਿਸ ਤਰ੍ਹਾਂ ਦਾ ਟਕਰਾਅ ਦਾ ਖਦਸ਼ਾ ਹੈਗਾ ਕਿ ਹਿੰਦੂ ਸੰਗਠਨਾਂ ਵੱਲੋਂ ਵੀ ਔਰ ਬਾਕੀ ਜਿਹੜੇ ਹੋਰ ਉੱਥੇ ਜਿਸ ਤਰ੍ਹਾਂ ਮਾਰਚ ਕੱਢਣਾ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਹੋਇਆ ਦਲ ਖਾਲਸਾ ਨੇ, ਸੋ ਉਹ ਸਾਰੀ ਸਥਿਤੀ ਦੇ ਵਿੱਚ ਉੱਥੇ ਵੀ ਹਥਿਆਰ ਜਿਹੜੇ ਲੈ ਕੇ ਚੱਲਣ ਤੇ ਮਨਾਹੀ ਕਰ ਦਿੱਤੀ ਹੈ ਅੰਮ੍ਰਿਤਸਰ ਦੇ ਵਿੱਚ ਵੀ। ਸੋ ਇਸ ਕਰਕੇ ਇਹ ਜਿਹੜੀ ਵੱਖ-ਵੱਖ ਥਾਵਾਂ ਤੇ ਇਸ ਤਰ੍ਹਾਂ ਹੀ ਅੰਮ੍ਰਿਤਸਰ 'ਚ ਜੇ ਅਸੀਂ ਵੇਖੀਏ ਬੇਸ਼ੱਕ ਉਹ ਘਟਨਾ ਦੇ ਨਾਲ ਤਾਂ ਨਹੀਂ ਜੁੜੀ ਹੈਗੀ ਇਹ ਸਾਰੇ ਮਾਮਲੇ ਨਾਲ, ਪਰ ਉੱਥੇ ਵੀ ਜਿਹੜਾ ਕਤਲ ਹੋਇਆ ਖਾਲਸਾ ਕਾਲਜ ਦੇ ਬਾਹਰ, ਸੋ ਉਹ ਸਾਰਾ ਜਿਹੜਾ ਇੱਕ ਅਮਨ ਕਾਨੂੰਨ ਦੀ ਸਥਿਤੀ ਉੱਤੇ ਵੀ ਕਈ ਤਰ੍ਹਾਂ ਦੇ ਜਿਹੜੇ ਸਵਾਲ ਵਿਰੋਧੀ ਧਿਰਾਂ ਵੱਲੋਂ ਚੁੱਕੇ ਜਾ ਰਹੇ ਆ, ਵਿਰੋਧੀ ਪਾਰਟੀਆਂ ਵੱਲੋਂ ਚੁੱਕੇ ਜਾ ਰਹੇ ਆ। ਲੋਕਾਂ ਦਾ ਉਸ ਗੱਲ ਵੱਲ ਵੀ ਜਿਹੜਾ ਜ਼ਿਆਦਾ ਧਿਆਨ ਜਾਂਦਾ ਹੈ ਕਿ ਅਮਨ ਕਾਨੂੰਨ ਦੀ ਸਥਿਤੀ ਜਿਹੜੀ ਹੈ ਉਹ ਸਰਕਾਰ ਤੋਂ ਸੰਭਲ ਨਹੀਂ ਰਹੀ। ਇਸ ਗੱਲ ਦੀ ਜਿਹੜੀ ਹੈ ਇੱਕ ਪ੍ਰਭਾਵ ਜਿਹੜਾ ਲੋਕਾਂ 'ਚ ਥੱਲੇ ਉਹ ਜਾ ਰਿਹਾ ਹੈਗਾ। ਸੋ ਇਸ ਕਰਕੇ ਲੋੜ ਹੈ ਕਿ ਹੁਣ ਸਰਕਾਰ ਕੀ ਕਰਦੀ ਹੈ, ਤਾਂ ਸਰਕਾਰ ਨੇ ਫੈਸਲਾ ਕਰਨਾ, ਕਿਉਂਕਿ ਪਹਿਲਾਂ ਜਿਹੜੀ ਇੱਕ ਕੈਬਨਿਟ ਮੀਟਿੰਗ ਹੋਣੀ ਸੀ ਉਹ ਵੀ ਉਹਨਾਂ ਨੇ ਮੁਲਤਵੀ ਕੀਤੀ ਹੈਗੀ ਹੈ, ਔਰ ਨਾਲ ਅੱਗੇ ਸੈਸ਼ਨ ਵੀ ਆ ਰਿਹਾ, ਉਹ ਸੈਸ਼ਨ ਅੱਗੇ ਪੈਂਦਾ ਜਾਂ ਕੀ ਹੁੰਦਾ ਇਹ ਸਾਰਾ ਹੁਣ ਇਸ ਗੱਲ ਵੈਸੇ ਸੈਸ਼ਨ ਅੱਗੇ ਪੈ ਜਾਣਾ, ਕਿਉਂਕਿ ਸੈਸ਼ਨ ਬਾਰੇ ਫੈਸਲਾ ਜਿਹੜਾ ਉਹ ਜਿਹੜੀ ਕੈਬਨਿਟ ਮੀਟਿੰਗ ਮੁਲਤਵੀ ਕੀਤੀ ਗਈ ਉਹਦੇ 'ਚ ਫੈਸਲਾ ਕਰਨਾ ਸੀਗਾ। ਹੁਣ ਅੱਜ 2 ਤਰੀਕ ਹੋ ਗਈ, ਹੁਣ ਕੈਬਨਿਟ ਹੋਏਗੀ, ਉਹਦੇ 'ਚ ਟਾਈਮ ਦੇਣਾ ਹੁੰਦਾ, ਕੁਝ ਦਿਨਾਂ ਦਾ ਨੋਟਿਸ ਵੀ ਜਾਣਾ ਹੁੰਦਾ। ਮੇਰੇ ਖਿਆਲ ਸੈਸ਼ਨ ਜਿਹੜਾ ਉਹ ਜ਼ਰੂਰ ਪਿੱਛੇ ਜਾਏਗਾ। ਸੈਸ਼ਨ ਵਿੱਚ ਪਿੱਛੇ ਜਾਏਗਾ, ਪਰ ਸੈਸ਼ਨ 'ਚ ਇਹ ਮੁੱਦਾ ਵੀ ਮੁੱਖ ਬਣ ਕੇ ਮੁੱਦਾ ਆਏਗਾ ਸਾਹਮਣੇ, ਕਿਉਂਕਿ ਇਹ ਜਿਹੜਾ ਜਿਸ ਤਰ੍ਹਾਂ ਦੀ ਸਥਿਤੀ ਪੰਜਾਬ ਦੇ ਵਿੱਚ ਬਣ ਗਈ ਹੈਗੀ ਹੈ, ਔਰ ਜਿਸ ਤਰ੍ਹਾਂ ਦਾ ਹੁਣ ਦਿੱਲੀ ਪੁਲਿਸ ਦੀ ਗੱਲ ਹੈ, ਜਿਸ ਤਰ੍ਹਾਂ ਤੁਸੀਂ ਛਾਪਿਆਂ ਦੀ ਗੱਲ ਕੀਤੀ ਹੈ ਕਿ ਰਾਜਸਥਾਨ ਛਾਪੇ ਮਾਰੇ ਜਾ ਰਹੇ, ਸਭ ਤੋਂ ਵੱਡੀ ਤਾਂ ਗੱਲ ਇਹ ਹੈਗੀ ਹੈ ਕਿ ਅਜੇ ਤੱਕ ਜਿਹੜੇ ਅਸਲ ਕਾਤਲ ਹੈ, ਜਿਨ੍ਹਾਂ ਨੇ ਗੋਲੀਆਂ ਚਲਾਈਆਂ, ਜਿਨ੍ਹਾਂ ਨੇ ਮਾਰਿਆ, ਉਹਨਾਂ ਦਾ ਬਾਰੇ ਅਜੇ ਤੱਕ ਕੋਈ ਸੂਚਨਾ ਜਿਹੜੀ ਹੈ, ਕੋਈ ਜਾਣਕਾਰੀ ਉਹ ਸਾਹਮਣੇ ਨਹੀਂ ਆ ਰਹੀ। ਬੇਸ਼ੱਕ ਇਹ ਤਾਂ ਕਿਹਾ ਜਾ ਰਿਹਾ ਕਿ ਫਲਾਣੇ ਗੈਂਗ ਦੇ ਦੂਜੇ ਸੀ, ਫਲਾਣੇ ਗੈਂਗ ਦੇ ਸ਼ੂਟਰ ਸੀ, ਪਰ ਇਹ ਅਜੇ ਤੱਕ ਉਹਨਾਂ ਨੂੰ ਸਹੀ ਉਹਨਾਂ ਦੀ ਜਿਹੜੀ ਪਛਾਣ ਹੈ ਉਹ ਅਜੇ ਤੱਕ ਪੁਲਿਸ ਵੀ ਨਹੀਂ ਕਰ ਸਕੀ। ਉਹਦੇ ਲਈ ਬੇਸ਼ੱਕ ਪੁੱਛ ਪੜਤਾਲ ਵੱਖ-ਵੱਖ ਥਾਵਾਂ ਤੋਂ ਹੋ ਰਹੀ ਹੈ। ਜਿਹੜੀ ਗੱਲ ਵੀ ਵਾਰ-ਵਾਰ ਆ ਰਹੀ ਹੈ, ਉਹ ਜਿਹੜੇ ਜੇਲ੍ਹਾਂ ਵਿੱਚ ਬੰਦ ਨੇ ਉਹਨਾਂ ਦੇ ਦੁਆਲੇ ਜ਼ਿਆਦਾ ਗੱਲ ਘੁੰਮੀ ਜਾਂਦੀ ਹੈ। ਜਿਹੜੇ ਬਾਹਰ ਲੋਕ ਜਿਨ੍ਹਾਂ ਨੇ ਕਾਰਵਾਈ ਕੀਤੀ ਉਹ ਕਿੱਥੇ ਚਲੇ ਗਏ, ਕੀ ਵਾਪਰਿਆ, ਉਹਨਾਂ ਬਾਰੇ ਕੋਈ ਜਾਣਕਾਰੀ ਅਜੇ ਸਾਹਮਣੇ ਨਹੀਂ ਆ ਰਹੀ, ਜਾਂ ਪੁਲਿਸ ਉਹ ਅਜੇ ਇਸ ਕਿਸਮ ਦੀ ਜਾਣਕਾਰੀ ਕੋਈ ਨਹੀਂ ਦੇ ਰਹੀ। ਸੋ ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਜਿਸ ਤਰ੍ਹਾਂ ਹੁਣ ਅੱਗੇ ਉਹਨਾਂ ਭੋਗ ਵੀ ਹੋਣਾ ਸਿੱਧੂ ਮੂਸੇਵਾਲ ਦਾ, ਉਹਦੇ ਲਈ ਵੀ ਉਹਨਾਂ ਨੇ ਤਿਆਰੀਆਂ ਉੱਥੇ ਸ਼ੁਰੂ ਕਰ ਲਈਆਂ, ਜਿਸ ਤਰ੍ਹਾਂ ਮਾਨਸਾ ਮੰਡੀ ਦੇ ਜਿਹੜੇ ਵਿੱਚ ਉੱਥੇ ਹੋਣਾ ਹੈ, ਜਿੱਥੇ ਭੋਗ ਪੈਣਾ ਹੈ, ਔਰ ਨਾਲ ਉਹਨਾਂ ਦੇ ਜਿਹੜੇ ਕੱਲ ਪਰਿਵਾਰ ਸੀਗਾ ਉਹਨਾਂ ਨੇ ਉਹਨਾਂ ਦੀਆਂ ਜਿਹੜੀਆਂ ਅਸਥੀਆਂ ਉਹ ਜਲ ਪ੍ਰਵਾਹ ਵੀ ਕੀਤੀਆਂ ਉੱਥੇ। ਬਕਾਇਦਾ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਔਰ ਉਹਨਾਂ ਦੀ ਪਤਨੀ ਉਹ ਵੀ ਉੱਥੇ ਪਹੁੰਚੇ ਹੋਏ ਸੀ। ਸੋ ਇਸ ਕਰਕੇ ਇਹ ਸਾਰਾ ਜਿਹੜਾ ਇੱਕ ਰਾਜਸੀ ਮੁੱਦਾ ਵੀ ਬੜੇ ਵੱਡੇ ਪੱਧਰ ਤੇ ਬਣ ਕੇ ਉੱਭਰ ਕੇ ਸਾਹਮਣੇ ਆਇਆ ਹੈ, ਔਰ ਜਿਹੜੀਆਂ ਪੰਜਾਬ ਸਰਕਾਰ ਬੇਸ਼ੱਕ ਕੋਈ ਚੰਗੇ ਕੰਮ ਵੀ ਕਰ ਰਹੀ ਸੀ, ਉਹ ਸਾਰੇ ਇਹਦੇ ਵਿੱਚ ਦਬ ਕੇ ਰਹਿ ਗਏ। ਹੁਣ ਇਸ ਵੇਲੇ ਪੰਜਾਬ ਸਰਕਾਰ ਨੂੰ ਪਹਿਲਾਂ ਇਹਨਾਂ ਗੱਲਾਂ ਦੇ ਜਵਾਬ ਦੇਣੇ ਪੈਣਗੇ, ਉਸ ਤੋਂ ਗਾਂਹ ਗੱਲ ਤੁਰੇਗੀ। ਇੰਟਰਸਟਿੰਗਲੀ ਦੇਖੋ, ਸੰਗਰੂਰ ਬਾਈ ਇਲੈਕਸ਼ਨ ਹੋਣੀ, ਉਹਦੇ ਬਾਰੇ ਕੋਈ ਚਰਚਾ ਨਹੀਂ ਹੋ ਰਹੀ, ਤੇ ਸਾਰਾ ਮਤਲਬ ਜ਼ੋਰ ਜਿਹੜਾ ਮੀਡੀਆ ਦਾ ਵੀ ਇਸੇ ਗੱਲ ਤੇ ਲੱਗਾ ਵੀ ਇਸ ਕੇਸ 'ਚ ਕੀ ਬਣੇਗਾ, ਕਿਹਨੂੰ ਪ੍ਰੋਡਕਸ਼ਨ ਵਾਰੰਟ ਤੇ ਲਿਆਂਦਾ ਗਿਆ, ਕਿਹਨੂੰ ਲਿਆਂਦਾ ਜਾ ਰਿਹਾ, ਕੀ ਹੋਏਗਾ। ਮਤਲਬ ਸਾਰੀ ਜਿਹੜਾ ਫੋਕਸ ਆ ਉਹ ਇਸ ਪਾਸੇ ਵੱਲ ਨੂੰ ਲੱਗਾ ਹੋਇਆ। ਜੰਮੂ ਦੀ ਗੱਲ ਤਾਂ ਇਹ ਹੈ ਕਿ ਸਾਰਾ ਕੁਝ ਜੇਲ੍ਹਾਂ 'ਚ ਘੁੰਮੀ ਜਾ ਰਿਹਾ ਹੈ ਨਾ, ਬਾਹਰ ਜਿਹੜੇ ਲੋਕਾਂ ਨੇ ਕੀਤੀ ਕਾਰਵਾਈ ਉਹਨਾਂ ਬਾਰੇ ਤਾਂ ਅਜੇ ਕੁਝ ਨਹੀਂ ਆ ਰਿਹਾ। ਹੁਣ ਜਿਸ ਤਰ੍ਹਾਂ ਆਪਾਂ ਫਿਰੋਜ਼ਪੁਰ ਦੀ ਗੱਲ ਕੀਤੀ ਹੈ, ਫਿਰੋਜ਼ਪੁਰ ਜੇਲ੍ਹ 'ਚ ਵੀ ਉਹ ਅੰਦਰ ਜਿਹੜੇ ਬੈਠੇ ਸੀ ਇੱਕ ਦੂਜੇ ਦੇ ਹਮਾਇਤੀ, ਉਹ ਆਪਸ 'ਚ ਉੱਥੇ ਭਿੜੇ ਹੈਗੇ ਆ। ਸੋ ਇਸ ਕਰਕੇ ਜੇਲ੍ਹਾਂ ਦੇ ਵਿੱਚ ਹੀ ਜੇ ਸਾਰਾ ਕੁਝ ਹੋ ਰਿਹਾ ਤੇ ਜੇਲ੍ਹਾਂ ਵਿੱਚ ਹੀ ਹੋ ਰਿਹਾ, ਤੇ ਸਰਕਾਰ ਨੂੰ ਇਹਦੇ ਬਾਰੇ ਗੰਭੀਰਤਾ ਨਾਲ ਜ਼ਰੂਰ ਸੋਚਣਾ ਚਾਹੀਦਾ ਕਿ ਜੇ ਜੇਲ੍ਹਾਂ 'ਚ ਇਹ ਸਾਰਾ ਕੁਝ ਹੁੰਦਾ ਹੈ ਤੇ ਉੱਥੇ ਤਾਂ ਸਾਰੇ ਪ੍ਰੋਟੈਕਟਡ ਬੈਠੇ ਨੇ, ਉਹ ਸੁਰੱਖਿਅਤ ਬੈਠੇ ਨੇ ਉੱਥੇ, ਤੇ ਕਾਰਵਾਈਆਂ ਉੱਥੋਂ ਸਾਰੀਆਂ ਕਰ ਰਹੇ,
ਤੇ ਜਿਹੜੇ ਬਾਹਰ ਲੋਕ ਕਾਰਵਾਈਆਂ ਕਰ ਰਹੇ ਉਹਨਾਂ ਦਾ ਸਰਕਾਰ ਨੂੰ ਪਤਾ ਨਹੀਂ ਲੱਗ ਰਿਹਾ। ਸੋ ਇਸ ਮਸਲੇ 'ਚ ਸਾਡੀ ਵੀ ਨਿਗਾਹ ਰਹੇਗੀ ਵੀ ਅੱਗੇ ਫਿਊਚਰ ਦੇ ਵਿੱਚ ਕੀ ਹੁੰਦਾ, ਅਗਲੇ ਦਿਨ ਕਦੋਂ ਤੱਕ ਉਹ ਜਿਹੜੇ ਸ਼ੂਟਰ ਨੇ ਜਿਨ੍ਹਾਂ ਨੇ ਮੂਸੇਵਾਲੇ ਨੂੰ ਮਾਰਿਆ ਉਹ ਕਦੋਂ ਤੱਕ ਫੜੇ ਜਾਣਗੇ। ਜੋ ਵੀ ਸਾਡੇ ਕੋਲ ਜਾਣਕਾਰੀ ਆਏਗੀ ਅਸੀਂ ਦੇਣ ਦਾ ਯਤਨ ਕਰਾਂਗੇ। ਇਸ ਤੋਂ ਅੱਗੇ ਰੁਖ ਕਰੀਏ ਕਿ ਕੱਲ ਜਿਹੜਾ ਈਡੀ ਨੇ ਜਿਹੜਾ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਤੇ ਰਾਹੁਲ ਗਾਂਧੀ ਨੂੰ ਨੋਟਿਸ ਦਿੱਤੇ ਆ, ਸੰਮਣ ਭੇਜੇ ਆ ਵੀ ਤੁਸੀਂ ਜਿਹੜਾ ਪੇਸ਼ ਹੋ, ਆਪਣਾ ਪੱਖ ਜਿਹੜਾ ਨੈਸ਼ਨਲ ਹੈਰਾਲਡ ਵਾਲਾ ਕੇਸ ਹੈ ਉਹਦੇ 'ਚ ਆਪਣਾ ਪੱਖ ਪੇਸ਼ ਕਰੋ। ਉਹਦੇ ਵਿੱਚ ਕਿਹਾ ਜਾਂਦਾ ਵੀ ਪੈਸਾ ਇੱਧਰੋਂ ਉੱਧਰ ਹੋ ਗਿਆ। ਇਹ ਕਾਫੀ ਕੰਪਲੀਕੇਟਡ ਮਾਮਲਾ ਜਿਹੜਾ ਬਣਿਆ ਹੋਇਆ, ਭਾਵੇਂ ਕਿ ਇਹ ਸੁਬਰਾਮਨਿਅਮ ਸਵਾਮੀ ਦੀ ਸ਼ਿਕਾਇਤ ਦੇ ਉੱਪਰ ਹੋਇਆ ਸੀਗਾ, ਮਾਮਲਾ ਅਦਾਲਤਾਂ 'ਚ ਵੀ ਗਿਆ, ਪਰ ਅਜੇ ਤੱਕ ਇਹ ਮਾਮਲਾ ਜਿਹੜਾ ਚੱਲ ਰਿਹਾ। ਤੁਸੀਂ ਇਸ ਮਸਲੇ ਤੇ ਕੀ ਕਹਿਣਾ ਚਾਹੁੰਦੇ? ਕਿਉਂ ਮਤਲਬ ਇਸ ਵੇਲੇ ਕੀ ਰਣਨੀਤੀ ਦੇ ਤਹਿਤ ਕਾਂਗਰਸ ਪ੍ਰਧਾਨ ਤੇ ਰਾਹੁਲ ਗਾਂਧੀ ਨੂੰ ਨੋਟਿਸ ਦਿੱਤੇ ਗਏ? ਬਕਾਇਦਾ ਉਹਨਾਂ ਨੇ ਪਹਿਲਾਂ ਜ਼ਮਾਨਤਾਂ ਵੀ ਕਰਾਈਆਂ ਸੀਗੀਆਂ। ਉਹਦੇ ਵਿੱਚ ਦੇਖੋ ਇਹ ਹੈ ਕਿ ਆਪਾਂ ਪਿਛਲੇ 2 ਦਿਨਾਂ ਤੋਂ ਲਗਾਤਾਰ ਈਡੀ ਦੇ ਜਿਹੜੇ ਇਸ ਤਰ੍ਹਾਂ ਦੀਆਂ ਕਾਰਵਾਈਆਂ ਉਹਦੇ ਤੇ ਚਰਚਾ ਕਰ ਰਹੇ ਹੈਗੇ ਆ। ਤਾਂ ਉਸ ਚਰਚਾ ਦੇ ਵਿੱਚ ਅਸੀਂ ਇਹ ਗੱਲ ਵੀ ਕੀਤੀ ਹੈ ਔਰ ਅੱਜ ਵੀ ਅਸੀਂ ਉਸੇ ਗੱਲ ਤੇ ਕੇਂਦਰਿਤ ਕਰਾਂਗੇ ਕਿ ਜਦੋਂ ਵੀ ਚੋਣਾਂ ਦਾ ਮੌਕਾ ਆਉਂਦਾ ਹੈ ਤਾਂ ਉਸ ਸਮੇਂ ਜਿਸ ਰਾਜ 'ਚ ਚੋਣਾਂ ਹੋਣੀਆਂ ਹੁੰਦੀਆਂ ਤਾਂ ਉੱਥੇ ਵੀ ਜਿਹੜੇ ਉੱਥੋਂ ਦੇ ਪੂੰਜੀਵਤ ਲੀਡਰ ਜਾਂ ਜਿਨ੍ਹਾਂ ਨੂੰ ਪ੍ਰਮੁੱਖ ਆਗੂ ਕਿਹਾ ਜਾਂਦਾ, ਜਿਹੜੇ ਵਿਰੋਧੀ ਹੈ, ਉਹਨਾਂ ਦੇ ਦੁਆਲੇ ਜਾਂ ਉਹਨਾਂ ਦੇ ਹਮਾਇਤੀਆਂ ਦੇ ਦੁਆਲੇ, ਉਹਨਾਂ ਦੇ ਸਮਰਥਕਾਂ ਦੇ ਦੁਆਲੇ ਇਸ ਤਰ੍ਹਾਂ ਦਾ ਜਿਹੜਾ ਸਕੰਜਾ ਕੱਸਣ ਦਾ ਜਿਹੜਾ ਕੋਸ਼ਿਸ਼ ਹੈ, ਕਾਰਵਾਈ ਆ, ਉਹ ਸ਼ੁਰੂ ਹੋ ਜਾਂਦੀ ਹੈ। ਚਾਹੇ ਉਹ IT ਵੱਲੋਂ ਹੋਵੇ, ਇਨਕਮ ਟੈਕਸ ਡਿਪਾਰਟਮੈਂਟ ਵੱਲੋਂ ਹੋਵੇ, ਚਾਹੇ ਉਹ ਐਨਫੋਰਸਮੈਂਟ ਡਾਇਰੈਕਟੋਰੇਟ ਵੱਲੋਂ ਹੋਵੇ, ਚਾਹੇ ਉਹ CBI ਵੱਲੋਂ ਹੋਵੇ, ਚਾਹੇ ਉਹ IB ਵੱਲੋਂ ਹੋਵੇ। ਸੋ ਕਹਿਣ ਤੋਂ ਭਾਵ ਹੈ ਕਿ ਜਿਹੜੀਆਂ ਵੀ ਸਰਕਾਰੀ ਏਜੰਸੀ ਹੈਗੀਆਂ ਉਹ ਉੱਥੇ ਐਕਟਿਵ ਹੋ ਕੇ ਉਹ ਜਿਹੜੇ ਵਿਰੋਧੀ ਹੈ ਹਾਕਮ ਧਿਰ ਦੇ, ਉਹਨਾਂ ਨੂੰ ਨਿਰਉਤਸ਼ਾਹ ਕਰਨ ਦੇ ਲਈ, ਉਹਨਾਂ ਦੇ ਸਮਰਥਕਾਂ ਨੂੰ ਨਿਰਉਤਸ਼ਾਹ ਕਰਨ ਦੇ ਲਈ ਅਜਿਹੇ ਯਤਨ ਜਿਹੜੇ ਆ ਕੀਤੇ ਜਾਂਦੇ ਆ। ਇਹ ਜਿਹੇ ਯਤਨ ਅਸੀਂ ਪੱਛਮੀ ਬੰਗਾਲ 'ਚ ਵੀ ਵੇਖੇ, ਇਹੋ ਜਿਹੇ ਯਤਨ ਹੁਣ ਹਿਮਾਚਲ ਪ੍ਰਦੇਸ਼ 'ਚ ਵੀ ਹੋਏ। ਜਿਵੇਂ ਆਮ ਆਦਮੀ ਪਾਰਟੀ ਦੇ ਸਤਿੰਦਰ ਜੈਨ ਜਿਹੜੇ ਮੰਤਰੀ ਸੀ ਦਿੱਲੀ 'ਚ, ਉਹਨਾਂ ਨੂੰ ਵੀ ਮਨੀ ਲਾਂਡਰਿੰਗ ਦੇ ਕੇਸ 'ਚ ਇਸ ਤਰ੍ਹਾਂ ਹੀ ਜਿਹੜਾ ਪੁਰਾਣਾ ਕੇਸ ਸੀਗਾ 2018 ਦਾ, ਉਹਦੇ ਵਿੱਚ ਦੁਬਾਰਾ ਗ੍ਰਿਫਤਾਰ ਕੀਤਾ ਗਿਆ। ਇਹ ਜਿਹੜੇ ਕੇਸ ਦਾ ਤੁਸੀਂ ਜ਼ਿਕਰ ਕੀਤਾ ਹੈਗਾ, ਕਿਉਂਕਿ ਇਸ ਵੇਲੇ ਜਿਹੜੀ ਪ੍ਰਮੁੱਖ ਕੌਮੀ ਪੱਧਰ ਉੱਤੇ ਪਾਰਟੀ ਹੈਗੀ, ਵਿਰੋਧੀ ਪਾਰਟੀ, ਉਹ ਕਾਂਗਰਸ ਹੈ ਔਰ ਜਿਨ੍ਹਾਂ ਨੇ ਪਿਛਲੇ ਸਮੇਂ 'ਚ 14 ਕਰੋੜ ਦੇ ਕਰੀਬ ਜਿਨ੍ਹਾਂ ਨੂੰ ਵੋਟ ਵੀ ਮਿਲੇ ਔਰ ਜਿਹੜੀ ਪੈਨ ਇੰਡੀਆ ਪਾਰਟੀ ਹੈ ਔਰ ਸਭ ਤੋਂ ਪੁਰਾਣੀ ਪਾਰਟੀਆਂ 'ਚੋਂ ਇੱਕ ਹੈ। ਉਹਨਾਂ ਦੇ ਜਿਹੜੇ ਕਾਰਜਕਾਰੀ ਪ੍ਰਧਾਨ ਹੈਗੇ ਸੋਨੀਆ ਗਾਂਧੀ, ਉਹਨੂੰ ਤੇ ਰਾਹੁਲ ਗਾਂਧੀ ਨੂੰ ਨੋਟਿਸ ਦਿੱਤਾ ਗਿਆ। ਤੁਹਾਨੂੰ ਯਾਦ ਹੋਊਗਾ ਕਿ ਜਨਰਲ ਸਾਹਿਬ, ਮੇਰਾ ਖਿਆਲ ਕਾਂਗਰਸ ਦੇ ਮੁਕਾਬਲੇ ਹੋਰ ਕੋਈ ਪਾਰਟੀ ਇੰਨੀ ਪੁਰਾਣੀ ਹੈ ਹੀ ਨਹੀਂ। ਕਾਂਗਰਸ ਇੱਕੋ ਇੱਕ ਪਾਰਟੀ ਹੈ ਜਿਹੜੀ ਸਭ ਤੋਂ ਪੁਰਾਣੀ ਹੈ ਮੇਰੇ। ਜੀ ਤੇ ਉਹਦੇ ਵਿੱਚ ਜਿਹੜੀ ਇਹ ਸਾਰੀ ਸਥਿਤੀ ਬਣੀ ਹੈ, ਉਹਦੇ ਵਿੱਚ ਜਿਸ ਢੰਗ ਨਾਲ ਨੋਟਿਸ ਦਿੱਤਾ ਗਿਆ, ਕਿਉਂਕਿ ਇਹ ਵੀ ਜੰਮੂ ਜੀ ਕੋਈ ਹੋਣ ਦਾ ਕੇਸ ਨਹੀਂ। 2013 ਦੇ ਵਿੱਚ ਸੁਬਰਾਮਨਿਅਮ ਸਵਾਮੀ ਨੇ ਇੱਕ ਸ਼ਿਕਾਇਤ ਕੀਤੀ ਕਿ ਜਿਹੜੀ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ ਕੰਪਨੀ ਹੈ, ਜਿਹੜੀ ਨੈਸ਼ਨਲ ਹੈਡ ਅਖਬਾਰ ਚਲਾਉਂਦੀ ਹੈ, ਉਹਦੇ ਵਿੱਚ ਜਿਹੜੀਆਂ ਬੇਨਿਯਮੀਆਂ ਹੋਈਆਂ, 90 ਕਰੋੜ ਦਾ ਉਹਨਾਂ ਨੇ ਇਲਜ਼ਾਮ ਲਾਇਆ ਸੀ ਕਿ 90 ਕਰੋੜ ਦੀਆਂ ਬੇਨਿਯਮੀਆਂ ਹੋਈਆਂ। ਪਰ ਹੁਣ ਜਿਹੜੀ ਗੱਲ ਸਾਹਮਣੇ ਆ ਰਹੀ ਹੈ ਕਿ 55 ਕਰੋੜ ਦੀ ਗੱਲ ਆ ਰਹੀ ਹੈ। ਪਰ ਉਸ ਕੇਸ ਦੇ ਵਿੱਚ ਵੀ ਉਦੋਂ ਪੁੱਛਗਿੱਛ ਤੋਂ ਬਾਅਦ ਫਿਰ ਉਹਨਾਂ ਦੀ ਜਿਹੜੀ ਹਾਈ ਜ਼ਮਾਨਤ ਹੋ ਗਈ ਸੀਗੀ, ਉਹ ਜ਼ਮਾਨਤ ਤੇ ਸੀਗੇ 50-50 ਹਜ਼ਾਰ ਦੇ ਜਾਤੀ ਮੁਚਲਕੇ ਦੀ ਜ਼ਮਾਨਤ ਸੀਗੀ ਉਹਨਾਂ ਦੀ। 2015 'ਚ ਇਸ ਕੇਸ ਨੂੰ ਬੰਦ ਕਰ ਦਿੱਤਾ ਗਿਆ ਸੀ, ਪਰ ਹੁਣ ਫਿਰ ਨਵੇਂ ਸਿਰੇ ਤੋਂ ਇਸ ਕੇਸ ਨੂੰ ਖੋਲ ਕੇ ਤਾਂ ਉਹਦੇ ਵਿੱਚ ਫਿਰ ਜਿਹੜੀ ਜਾਂਚ ਹੈ ਈਡੀ ਨੇ ਸ਼ੁਰੂ ਕੀਤੀ ਹੈ। ਔਰ ਉਹਦੇ ਵਿੱਚ ਅੱਜ ਦਾ ਜਿਹੜਾ 2 ਜੂਨ ਰਾਹੁਲ ਗਾਂਧੀ ਨੂੰ ਅੱਜ ਲਈ ਬੁਲਾਇਆ ਗਿਆ ਸੀ ਨੋਟਿਸ ਦੇ ਵਿੱਚ, ਔਰ ਸੋਨੀਆ ਗਾਂਧੀ ਨੂੰ 8 ਜੂਨ ਨੂੰ ਬੁਲਾਇਆ ਗਿਆ ਇਹਦੇ ਵਿੱਚ ਪੁੱਛਗਿੱਛ ਕਰਨ ਲਈ। ਇਸ ਤੋਂ ਪਹਿਲਾਂ ਇਸੇ ਜਿਹੜੇ ਕਿਉਂਕਿ ਇਹ ਉਸ ਜਿਹੜੀ ਯੰਗ ਇੰਡੀਆ ਪ੍ਰਾਈਵੇਟ ਲਿਮਟਿਡ ਹੈ ਉਹਦੇ ਪ੍ਰਮੋਟਰ ਤੇ ਸ਼ੇਅਰ ਹੋਲਡਰ ਨੇ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ। ਤਾਂ ਇਸ ਤੋਂ ਪਹਿਲਾਂ ਜਿਹੜੇ ਵਿਰੋਧੀ ਧਿਰ ਦੇ ਆਗੂ ਰਹੇ ਮਲਕਰਜਨ ਖੜਗੇ, ਉਹਨਾਂ ਨੂੰ ਵੀ ਬੁਲਾਇਆ ਗਿਆ। ਪਵਨ ਬਾਂਸਲ ਹੋਣੀ ਜਿਹੜੇ ਕੈਸ਼ੀਅਰ ਨੇ, ਹਾਂਜੀ, ਉਹਨਾਂ ਨੂੰ ਬੁਲਾਇਆ ਗਿਆ, ਉਹਨਾਂ ਨੂੰ ਵੀ ਬੁਲਾਇਆ ਗਿਆ ਸੀ, ਉਹਨਾਂ ਤੋਂ ਵੀ ਪੁੱਛਗਿੱਛ ਹੋਈ ਹੈ। ਤਾਂ ਇਸ ਦੇ ਜਵਾਬ ਦੇ ਵਿੱਚ ਹੁਣ ਕਾਂਗਰਸ ਨੇ ਕਿਹਾ ਕਿ ਅਸੀਂ ਬਿਲਕੁਲ ਨਹੀਂ ਡਰਦੇ, ਅਸੀਂ ਇਹਨਾਂ ਦਾ ਕੇਸਾਂ ਦਾ ਜਿਹੜਾ ਡਟ ਕੇ ਜਿਹੜਾ ਸਾਹਮਣਾ ਕਰਾਂਗੇ। ਔਰ ਬਕਾਇਦਾ ਉਹਨਾਂ ਦੇ ਜਿਹੜੇ ਸਿੰਘਵੀ ਵਕੀਲ ਹੈਗੇ ਆ ਔਰ ਸੂਰਜੇਵਾਲਾ ਜਿਹੜੇ ਉਹਨਾਂ ਦੇ ਬੁਲਾਰੇ ਹੈਗੇ ਆ, ਉਹਨਾਂ ਨੇ ਦਿੱਲੀ 'ਚ ਕੱਲ ਪ੍ਰੈਸ ਕਾਨਫਰੰਸ ਕਰਕੇ ਇਹ ਸਾਰੇ ਦਾ ਖੁਲਾਸਾ ਵੀ ਕੀਤਾ। ਔਰ ਉਹਨਾਂ ਨੇ ਕਿਹਾ ਕਿ ਇਹ ਜਾਣਬੁੱਝ ਕੇ ਸਿਆਸੀ ਬਦਲਾਖੋਰੀ ਦੇ ਢੰਗ ਨਾਲ ਇਹ ਸਾਰਾ ਕੁਝ ਜੋ ਹੈ ਕੀਤਾ ਜਾ ਰਿਹਾ। ਔਰ ਇਹ ਸਾਰਾ ਕੁਝ ਜਿਹੜਾ ਭਾਰਤੀ ਜਨਤਾ ਪਾਰਟੀ ਆ ਆਪਣੀ 2024 ਦੀਆਂ ਜਿਹੜੀਆਂ ਲੋਕ ਸਭਾ ਚੋਣਾਂ, ਉਹਨਾਂ ਦੀ ਤਿਆਰੀ ਦੇ ਹਿੱਸੇ ਵਜੋਂ, ਉਹਨਾਂ ਦੀ ਲੜੀ ਦੇ ਹਿੱਸੇ ਵਜੋਂ ਇਹ ਸਾਰਾ ਕੁਝ ਕਰ ਰਹੀ ਹੈ ਤਾਂ ਜੋ ਵਿਰੋਧੀ ਧਿਰਾਂ ਨੂੰ ਨਿਰਉਤਸ਼ਾਹ ਕੀਤਾ ਜਾ ਸਕੇ, ਉਹਨਾਂ ਦੇ ਕਾਡਰ ਨੂੰ ਨਿਰਉਤਸ਼ਾਹ ਕੀਤਾ ਜਾ ਸਕੇ, ਉਹਨਾਂ ਦੇ ਹਮਾਇਤੀਆਂ ਨੂੰ ਨਿਰਉਤਸ਼ਾਹ ਕੀਤਾ ਜਾ ਸਕੇ, ਉਹਨਾਂ ਦੇ ਜਿਹੜੇ ਪੂੰਜੀਵਤ ਆਗੂ ਆ, ਜਿਹੜੇ ਪ੍ਰਮੁੱਖ ਭੂਮਿਕਾ ਨਿਭਾਉਂਦੇ ਆ, ਜਾਂ ਉਹਨਾਂ ਦੇ ਜਿਹੜੇ ਫਾਈਨਾਂਸ ਸਪੋਰਟਰ ਹੈਗੇ ਫਾਈਨੈਂਸ਼ੀਅਲ,
ਉਹ ਉਹਨਾਂ ਨੂੰ ਨਿਰਦਸ਼ਾ ਕਰਨ ਦੇ ਲਈ ਇਹੋ ਜਿਹੇ ਸਾਰੇ ਜਿਹੜੇ ਯਤਨ ਹੈ ਉਹ ਹੋ ਰਹੇ ਹੈਗੇ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਇਹਦੇ ਵਿੱਚ ਕਾਂਗਰਸ ਇਹਨੂੰ ਕਿੱਦਾਂ ਫਾਈਟ ਬੈਕ ਕਰਦੀ ਹੈ ਤੇ ਸਰਕਾਰ ਇਹਦੇ ਤੇ ਅੱਗੇ ਹੋਰ ਕੀ ਕਾਰਵਾਈ ਕਰਦੀ ਹੈ, ਜਾਂ ਸਿਰਫ ਇੱਕ ਡਰਾਵੇ ਦੇ ਵਜੋਂ ਕਿ ਇੱਕ ਨਿਰਦਸ਼ਾ ਕਰਨ ਲਈ ਉਹਨਾਂ ਦੇ ਪਾਰਟੀ ਨੂੰ ਇਹੋ ਜਿਹਾ ਕੀਤਾ ਜਾ ਰਿਹਾ ਹੈਗਾ, ਕਿਉਂਕਿ ਉਹਨਾਂ ਦੇ ਸਿਰੇ ਦੇ ਜਿਹੜੇ ਦੋਨੋਂ ਆਗੂ ਹੈ ਉਹਨਾਂ ਨੂੰ ਇਹ ਨੋਟਿਸ ਜਾਰੀ ਹੋਇਆ, ਭਾਵੇਂ ਕਿ ਰਾਹੁਲ ਗਾਂਧੀ ਵਿਦੇਸ਼ 'ਚ ਹੈ, ਉਹਨਾਂ ਦੇ ਵਕੀਲ ਨੇ ਕਿਹਾ ਹੈਗਾ ਕਿ ਅਸੀਂ ਈਡੀ ਨੂੰ ਇਸ ਗੱਲ ਦੀ ਅਪੀਲ ਵੀ ਕੀਤੀ ਹੈ ਕਿ ਉਹ ਬਾਹਰ ਹੈਗੇ ਆ ਤੇ ਉਹਨਾਂ ਨੂੰ ਜਿਹੜਾ ਕੋਈ ਹੋਰ ਟਾਈਮ ਦਿੱਤਾ ਜਾਵੇ, ਜੇ ਉਹ ਪਹੁੰਚ ਗਏ ਤਾਂ ਉਹ ਜ਼ਰੂਰ 2 ਜੂਨ ਨੂੰ ਹੀ ਹਾਜ਼ਰ ਹੋਣਗੇ, ਨਹੀਂ ਤਾਂ ਉਹਨਾਂ ਨੇ ਅੱਗੇ 5 ਜੂਨ ਦਾ ਸ਼ਾਇਦ ਸਮਾਂ ਮੰਗਿਆ ਹੈਗਾ ਕਿ 5 ਹਾਂਜੀ ਜੂਨ ਹਾਂਜੀ ਨੂੰ ਉਹ ਆਣ ਕੇ ਈਡੀ ਦੇ ਅੱਗੇ ਪੇਸ਼ ਹੋਣਗੇ। ਸੋ ਗੱਲ ਦੇਖਣ ਵਾਲੀ ਗੱਲ ਤਾਂ ਇਹੀ ਹੈ ਜੰਮੂ ਜੀ ਕਿ ਜਿਹੜੀਆਂ ਏਜੰਸੀਆਂ ਹੈਗੀਆਂ ਸਾਰੀਆਂ ਕੇਂਦਰੀ ਔਰ ਖਾਸ ਕਰਕੇ ਜਿਹੜੀਆਂ ਫਾਈਨਾਂਸ ਨਾਲ ਰਿਲੇਟਡ ਹੈ, ਕਿ ਜਿਹੜੀਆਂ ਦੂਸਰੀਆਂ ਵਿਰੋਧੀ ਪਾਰਟੀਆਂ ਉਹਨਾਂ ਨੂੰ ਆਰਥਿਕ ਤੌਰ ਤੇ ਵੀ ਕਮਜ਼ੋਰ ਰੱਖਿਆ ਜਾਵੇ, ਉਹਨਾਂ ਦੇ ਜਿਹੜੇ ਫਾਈਨਾਂਸ ਦੇ ਸੋਰਸ ਹੈ ਉਹਨਾਂ ਨੂੰ ਰੋਕਿਆ ਜਾਵੇ, ਉਹਨਾਂ ਨੂੰ ਸੱਟ ਮਾਰੀ ਜਾਵੇ। ਇਹ ਸਾਰਾ ਕੁਝ ਇਸ ਢੰਗ ਨਾਲ ਹੈ। ਇਸੇ ਕਿ ਇਸ ਕੇਸ 'ਚ ਵੀ ਮਨੀ ਲਾਂਡਰਿੰਗ ਦੀ ਜਿਹੜੀ ਐਕਟ ਹੈਗਾ ਉਹਨੂੰ ਹੀ ਲਾਗੂ ਕੀਤਾ ਗਿਆ, ਜਿਹੜੀ ਸੋਨੀਆ ਗਾਂਧੀ ਔਰ ਰਾਹੁਲ ਗਾਂਧੀ ਨੂੰ ਹਾਂਜੀ ਨੋਟਿਸ ਹਾਂਜੀ ਦਿੱਤੇ ਗਏ। ਹੁਣ ਦੇਖਣ ਵਾਲੀ ਗੱਲ ਹੈ ਕਿ ਇਹਦੇ ਵਿੱਚ ਅੱਗੇ ਕੀ ਵਾਪਰਦਾ ਹੈ, ਈਡੀ ਇਹਦੇ ਤੇ ਅੱਗੇ ਕੀ ਕਾਰਵਾਈ ਕਰਦਾ ਤੇ ਸਰਕਾਰ ਦਾ ਰੁਖ ਕੀ ਰਹਿੰਦਾ ਤੇ ਇਸ ਨੂੰ ਕਾਂਗਰਸ ਕਿਸ ਤਰ੍ਹਾਂ ਇਸ ਸਾਰੀ ਲੜਾਈ ਫਾਈਟ ਨੂੰ ਬੈਕ ਟੱਕਰ ਕਰਦੀ ਦਿੰਦੀ। ਹੈ। ਤੇ ਜਨੂ ਸਾਹਿਬ, ਇਸ ਤੋਂ ਅਗਲੇ ਮਸਲੇ ਵੱਲ ਵਧਦੇ ਆ, ਉਹ ਹੈਗਾ ਮਤਲਬ ਜਿਹੜਾ ਬੜਾ ਹੀ ਚਰਚਿਤ ਕੇਸ ਹੋਇਆ ਲਖੀਮਪੁਰ ਖੀਰੀ ਦਾ, ਜਿਹਦੇ ਵਿੱਚ 4 ਕਿਸਾਨ ਜਿਹੜੇ ਆ ਉਹਨਾਂ ਨੂੰ ਦਰੜ ਕੇ ਮਾਰ ਦਿੱਤਾ ਗਿਆ ਸੀਗਾ, ਇੱਕ ਪੱਤਰਕਾਰ ਦੀ ਵੀ ਮੌਤ ਹੋਈ ਸੀ। ਹੁਣ ਉਹਦੇ ਜਿਹੜੇ ਗਵਾਹ ਉਹਦੇ ਉੱਪਰ ਜਿਹੜਾ ਕੱਲ ਹਮਲਾ ਕੀਤਾ ਗਿਆ, ਜਦੋਂ ਕਾਰ ਦੇ ਵਿੱਚ ਜਾ ਰਿਹਾ ਸੀਗਾ ਉਹਦੇ ਤੇ 2 ਮੋਟਰਸਾਈਕਲ ਸਵਾਰਾਂ ਨੇ ਜਿਹੜੀਆਂ ਗੋਲੀਆਂ ਚਲਾਈਆਂ। ਮਤਲਬ ਉਹਦੇ ਜਿਹੜੇ ਸਬੂਤ ਨਸ਼ਟ ਕਰਨ ਦੇ ਵਜੋਂ ਹੀ ਇਸ ਹਮਲੇ ਨੂੰ ਦੇਖਿਆ ਜਾ ਰਿਹਾ। ਪਹਿਲਾਂ ਵੀ ਇੱਕ ਹਮਲਾ ਹੋਇਆ ਸੀਗਾ। ਤੁਸੀਂ ਇਸ ਮਸਲੇ ਦੇ ਉੱਪਰ ਕੀ ਕਹਿਣਾ ਚਾਹੁੰਦੇ? ਇਸ ਤੋਂ ਪਹਿਲਾਂ ਟਕੈਤ ਹੋਣੀ ਜਦੋਂ ਬੰਗਲੌਰ ਗਏ ਸੀ, ਉਹਨਾਂ ਦੇ ਚਿਹਰੇ ਤੇ ਸਿਆਹੀ ਸੁੱਟੀ ਗਈ ਸੀਗੀ। ਇਹ ਸਾਰੀਆਂ ਘਟਨਾਵਾਂ ਜਿਹੜੀਆਂ ਦੋਨੇ ਮਾਮਲੇ ਆ, ਇਹ ਆਪਸ ਵਿੱਚ ਜੁੜੇ ਹੋਏ ਆ। ਜਿਹੜੇ ਕਿਸਾਨ ਇਹ ਮਾਮਲਾ ਉਠਾ ਰਹੇ ਆ, ਹੁਣ ਗਵਾਹਾਂ ਨੇ ਜਿਹੜਾ ਇਹਦੇ 'ਚ ਗਵਾਹੀਆਂ ਦੇਣੀਆਂ, ਉਹਨਾਂ ਨੂੰ ਮੇਰੇ ਖਿਆਲ ਉਹਨਾਂ ਦੇ ਹੌਸਲੇ ਪਸਤ ਕਰਨ ਦੇ ਨੁਕਤੇ ਵਜੋਂ ਹੀ ਇਸ ਗੱਲ ਨੂੰ ਦੇਖਿਆ ਜਾ ਰਿਹਾ। ਉਹ ਤਾਂ ਜੰਮੂ ਦੇਖੋ ਗੱਲ ਇਹ ਹੈਗੀ ਹੈ ਕਿ ਜਿਹੜਾ ਰਕੇਸ਼ ਟਕੈਤ ਦੀ ਅਗਵਾਈ ਵਾਲੀ ਕਿਸਾਨ ਯੂਨੀਅਨ ਹੈ, ਉਹਨਾਂ ਦੇ ਉਹ ਉੱਥੋਂ ਦੇ ਜ਼ਿਲ੍ਹਾ ਪ੍ਰਧਾਨ ਔਰ ਬਕਾਇਦਾ ਜਦੋਂ ਲਖੀਮਪੁਰ ਖੀਰੀ ਦੀ ਘਟਨਾ ਵਾਪਰੀ ਸੀ ਤਾਂ ਉਸ ਤੋਂ ਬਾਅਦ ਜਦੋਂ ਅਜੇ ਮਿਸ਼ਰਾ ਦੇ ਬੇਟੇ ਆਸ਼ੀਸ਼ ਮਿਸ਼ਰਾ ਨੂੰ ਜ਼ਮਾਨਤ ਦਿੱਤੀ ਗਈ ਸੀ ਤਾਂ ਉਸ ਸਮੇਂ ਵੀ ਜਿਹੜਾ ਬਕਾਇਦਾ ਇਹ ਕਿਸਾਨ ਯੂਨੀਅਨਾਂ ਵੱਲੋਂ ਔਰ ਜਿਹੜੇ ਵਕੀਲ ਸੀਗੇ ਪੀੜਤਾਂ ਦੇ, ਉਹਨਾਂ ਦੇ ਵੱਲੋਂ ਇਹ ਗੱਲ ਉਠਾਈ ਗਈ ਸੀ ਕਿ ਇਹਨਾਂ ਨੂੰ ਜ਼ਮਾਨਤ ਨਹੀਂ ਮਿਲਣੀ ਚਾਹੀਦੀ, ਕਿਉਂਕਿ ਇਹ ਗਵਾਹਾਂ ਨੂੰ ਪ੍ਰਭਾਵਿਤ ਕਰ ਸਕਦੇ ਆ, ਗਵਾਹੀਆਂ ਨੂੰ ਪ੍ਰਭਾਵਿਤ ਕਰ ਸਕਦੇ ਆ, ਸਬੂਤ ਜਿਹੜੇ ਆ ਖੁਰਦ-ਬੁਰਦ ਕਰ ਸਕਦੇ ਆ, ਕਿਉਂਕਿ ਇਹ ਪ੍ਰਭਾਵਸ਼ਾਲੀ ਲੋਕ ਹੈ, ਇਸ ਕਰਕੇ ਜ਼ਮਾਨਤ ਨਹੀਂ ਮਿਲਣੀ ਚਾਹੀਦੀ। ਤਾਂ ਉਹੀ ਗੱਲਾਂ ਹੁਣ ਬਾਰ-ਬਾਰ ਜਿਹੜੀਆਂ ਫਿਰ ਸਾਹਮਣੇ ਆ ਰਹੀਆਂ, ਜਦੋਂ ਉਹਦੀ ਜ਼ਮਾਨਤ ਦੀ ਵੀ ਜਿਹੜੀ ਦੇਖੋ ਅਜੇ ਤੱਕ ਜਿਹੜੇ ਕੇਂਦਰ ਸਰਕਾਰ ਦੇ ਵਿੱਚ ਉਹਦੇ ਆਸ਼ੀਸ਼ ਮਿਸ਼ਰਾ ਦੇ ਪਿਤਾ ਅਜੇ ਮਿਸ਼ਰਾ ਉਹ ਉੱਥੇ ਬਣੇ ਹੋਏ ਆ। ਸਰਕਾਰ ਜਿਹੜੀ ਹੈ ਭਾਰਤੀ ਜਨਤਾ ਪਾਰਟੀ ਹੈ, ਬੇਸ਼ੱਕ ਇਸ ਤਰ੍ਹਾਂ ਦੇ ਮਾਮਲਿਆਂ ਦੇ ਉੱਤੇ ਦੂਸਰਿਆਂ ਦੇ ਤਾਂ ਜ਼ਰੂਰ ਉਂਗਲ ਉਠਾਉਂਦੀ ਹੈ, ਪਰ ਆਪ ਦੀ ਹਾਂ, ਉਹਦੀ ਉਹਨਾਂ ਦੇ ਸਰਕਾਰ ਦੇ ਉੱਪਰ ਤਾਂ ਵਿੱਚ ਅਕਸਰ ਇਹ ਮੰਤਰੀ ਜਿਨ੍ਹਾਂ ਨੈਤਿਕਤਾ ਦੇ ਸਵਾਲ ਖੜੇ ਕਰਦੇ ਆ, ਪਰ ਆਪਣੀ ਹਾਂ ਵਾਰੀ ਉਹ ਕੋਈ ਆਪਣੀ ਵਾਰੀ ਇਹਦਾ ਉਹ ਜਵਾਬ ਨਹੀਂ ਉੱਥੇ ਦਿੰਦੇ। ਕੋਈ ਜਵਾਬ ਨਹੀਂ। ਔਰ ਇੱਥੋਂ ਤੱਕ ਕਿ ਕਿਸਾਨ ਜਿਹੜਾ ਸੰਯੁਕਤ ਕਿਸਾਨ ਮੋਰਚਾ ਜਾਂ ਕਿਸਾਨ ਅੰਦੋਲਨ ਸੀ, ਉਸ ਦੀ ਇਹ ਮੰਗਾਂ ਦੇ ਵਿੱਚ ਵੀ ਸ਼ਾਮਲ ਸੀਗਾ ਕਿ ਉਸ ਨੂੰ ਜਿਹੜਾ ਹੈ ਅਹੁਦੇ ਤੋਂ ਵੱਖ ਕੀਤਾ ਜਾਵੇ, ਮੰਤਰੀ ਮੰਡਲ ਚੋਂ ਬਾਹਰ ਕੀਤਾ ਜਾਵੇ, ਬਾਹਰ ਦਾ ਰਸਤਾ ਦਿਖਾਇਆ ਜਾਵੇ। ਤਾਂ ਹੁਣ ਵੀ ਜਿਸ ਤਰ੍ਹਾਂ ਤੁਸੀਂ ਦੱਸਿਆ ਉੱਥੋਂ ਦੀ ਘਟਨਾ ਜਿਹੜੀ ਕਰਨਾਟਕ 'ਚ ਵਾਪਰੀ ਹੈ ਕਿ ਜਿਸ ਤਰ੍ਹਾਂ ਸਿਆਹੀ ਸੁੱਟੀ ਗਈ, ਔਰ ਹੁਣ ਇਹ ਘਟਨਾ ਇਹ ਹੈਗਾ ਕਿ ਜਿਹੜਾ ਕਿਸਾਨ ਅੰਦੋਲਨ ਨਵੇਂ ਸਿਰੇ ਤੋਂ ਲਾਮਬੰਦ ਹੋ ਰਿਹਾ, ਨਵੇਂ ਸਿਰੇ ਤੋਂ ਜਥੇਬੰਦ ਹੋ ਰਿਹਾ। ਜਿਸ ਤਰ੍ਹਾਂ ਕਿਸਾਨ ਆਗੂ ਜਿਹੜੇ ਸੰਯੁਕਤ ਕਿਸਾਨ ਮੋਰਚਾ ਦੇ ਉਹ ਵੱਖ-ਵੱਖ ਥਾਵਾਂ ਦਾ ਦੌਰਾ ਕਰ ਰਹੇ ਆ, ਵੱਖ-ਵੱਖ ਥਾਵਾਂ ਤੇ ਜਾ ਕੇ ਆਪਦੇ ਕਾਡਰ ਨੂੰ, ਆਪਣੀਆਂ ਦੂਸਰੀਆਂ ਜਿਹੜੀਆਂ ਸਹਿਯੋਗੀ ਜਥੇਬੰਦੀਆਂ ਉਹਨਾਂ ਨੂੰ ਲਾਮਬੰਦ ਕਰ ਰਿਹਾ। ਉਸ ਸਥਿਤੀ ਦੇ ਵਿੱਚ ਉਹਨਾਂ ਆਗੂਆਂ ਤੇ ਇਸ ਤਰ੍ਹਾਂ ਦੇ ਹਮਲੇ ਹੋਣੇ ਔਰ ਉਹਨਾਂ ਦੇ ਹੌਸਲੇ ਪਸਤ ਕਰਨ ਵਾਲੀ ਗੱਲ ਨੂੰ ਜਿਹੜਾ ਦਿਖਾਉਂਦੇ ਆ ਕਿ ਕਿਸ ਤਰ੍ਹਾਂ ਜਿਹੜੀ ਹਾਕਮ ਧਿਰ ਹੈ ਉਸ ਅੰਦੋਲਨ ਦੇ ਉੱਤੇ ਕਿਸ ਤਰ੍ਹਾਂ ਦੀ ਉਹਨਾਂ ਦੀ ਨਜ਼ਰ ਬਣੀ ਹੋਈ ਔਰ ਕਿਸ ਢੰਗ ਨਾਲ ਉਹ ਇਹ ਸਾਰੇ ਨੂੰ ਖੰਡਾਉਣਾ ਚਾਹੁੰਦੇ ਆ। ਅਸੀਂ ਦੇਖਿਆ ਕਿ ਪਿਛਲੇ ਦਿਨਾਂ 'ਚ ਵੀ ਇੱਕ ਭਾਰਤੀ ਕਿਸਾਨ ਯੂਨੀਅਨ ਟਕੈਤ ਦੀ ਜਿਹੜੀ ਲਖਨਊ 'ਚ ਕਾਨਫਰੰਸ ਕਰਕੇ ਇਹਨਾਂ 'ਚੋਂ ਇੱਕ ਗਰੁੱਪ ਨਿਕਲ ਕੇ ਰਕੇਸ਼ ਚੌਹਾਨ ਸ਼ਾਇਦ ਉਹਦਾ ਨਾਂ, ਜਿਨ੍ਹਾਂ ਨੇ ਇੱਕ ਵੱਖਰਾ ਗਰੁੱਪ ਆਪਣਾ ਬਣਾਇਆ ਹੈਗਾ। ਮਤਲਬ ਵੱਖ-ਵੱਖ ਢੰਗ ਤਰੀਕਿਆਂ ਨਾਲ ਕਿਸਾਨ ਅੰਦੋਲਨ ਨੂੰ ਕਮਜ਼ੋਰ ਕਰਨ ਦੇ ਲਈ ਭਾਰਤੀ ਜਨਤਾ ਪਾਰਟੀ ਵੱਲੋਂ ਕੇਂਦਰ ਸਰਕਾਰ ਵੱਲੋਂ ਲਗਾਤਾਰ ਜਿਹੜੇ ਆ ਉਹ ਯਤਨ ਹੋ ਰਿਹਾ। ਉਸੇ ਯਤਨ ਦਾ ਹਿੱਸਾ ਹੈ ਕਿ ਦਿਲਬਾਗ ਸਿੰਘ ਦੇ ਉੱਤੇ ਜਿਸ ਢੰਗ ਨਾਲ ਹਮਲਾ ਕੀਤਾ ਗਿਆ ਉਹ ਤਗੜਾ ਸੀਗਾ, ਉਹ ਸਮਝਦਾਰ ਸੀ, ਸੂਝਵਾਨ ਸੀ। ਸਾਰੀ ਸਥਿਤੀ ਨੂੰ ਜਿਸ ਤਰ੍ਹਾਂ ਉੱਤੇ ਗੋਲੀਆਂ ਚਲਾਈਆਂ ਗਈਆਂ, ਉਹਨਾਂ ਨੇ
ਉਹਦੀ ਗੱਡੀ ਦੇ ਸ਼ੀਸ਼ੇ ਖੋਲਣ ਦੇ ਯਤਨ ਕੀਤੇ ਗਏ, ਉਹ ਉੱਥੋਂ ਆਪਾਂ ਬਚਾ ਕਰਕੇ ਨਿਕਲ ਗਿਆ। ਪਰ ਇਹ ਜ਼ਰੂਰ ਹੈ ਕਿ ਇਸ ਗੱਲ ਨਾਲ ਜੋ ਕਿਸਾਨ ਜਥੇਬੰਦੀਆਂ ਕਹਿੰਦੀਆਂ ਸੀ, ਉਹ ਗੱਲ ਜ਼ਰੂਰ ਸਾਬਤ ਹੁੰਦੀ ਹੈ ਕਿ ਕਿਸ ਤਰ੍ਹਾਂ ਗਵਾਹਾਂ ਨੂੰ ਡਰਾਉਣ ਧਮਕਾਉਣ ਔਰ ਸਬੂਤ ਜਿਹੜੇ ਹੈ ਖੁਰਦ-ਬੁਰਦ ਕਰਨ ਦੇ ਯਤਨ ਜਿਹੜੇ ਹੈ ਉਸ ਧਿਰ ਵੱਲੋਂ, ਖਾਸ ਕਰਕੇ ਆਸ਼ੀਸ਼ ਮਿਸ਼ਰਾ ਔਰ ਜਿਹੜੇ ਅਜੇ ਮਿਸ਼ਰਾ ਦਾ ਜਿਹੜੀ ਪਾਰਟੀ ਦੇ ਲੋਕ ਜਾਂ ਉਹਨਾਂ ਦੇ ਜਿਹੜੇ ਗਰੁੱਪ ਦੇ ਲੋਕ ਜਾਂ ਉੱਥੇ ਜਿਹੜੇ ਉਹਨਾਂ ਦੇ ਸਮਰਥਕ ਹੈ, ਉਹ ਇਸ ਗੱਲ ਲਈ ਕਿੰਨੇ ਯਤਨਸ਼ੀਲ। ਇਹ ਤੋਂ ਅਗਲੀ ਖਬਰ ਦਾ ਰੁਖ ਕਰਦੇ ਹਾਂ ਜੰਡੂ ਸਾਹਿਬ। ਸਾਡੇ ਨੇੜੇ ਜਿਹੜਾ ਜੰਮੂ ਕਸ਼ਮੀਰ ਸੂਬਾ ਹੈ, ਉਹਦੇ ਵਿੱਚ 1-2 ਦਿਨ ਪਹਿਲਾਂ ਜਿਹੜੀ ਇੱਕ ਅਧਿਆਪਕਾ ਰਜਨੀ ਬਾਲਾ ਦਾ ਕਤਲ ਕਰ ਦਿੱਤਾ ਗਿਆ ਸੀ। ਅੱਤਵਾਦੀਆਂ ਨੇ ਉਹਨੂੰ ਮਾਰ ਦਿੱਤਾ ਸਕੂਲ 'ਚ ਜਾ ਕੇ। ਉਹਨੂੰ ਲੈ ਕੇ ਜਿਹੜਾ ਕਸ਼ਮੀਰੀ ਖਾਸ ਕਰਕੇ ਪੰਡਤਾਂ ਦੇ ਵਿੱਚ ਬੜਾ ਡਰ ਹੈ, ਤੇ ਇਸ ਡਰ ਤੋਂ ਬਾਅਦ ਜਿਹੜਾ ਮਤਲਬ ਇਸ ਕਤਲ ਤੋਂ ਬਾਅਦ 125 ਦੇ ਕਰੀਬ ਜਿਹੜੇ ਹਿੰਦੂ ਆ, ਜਿਹੜੇ ਖਾਸ ਕਰਕੇ ਪੰਡਤ ਨੇ, ਉਹਨਾਂ ਨੇ ਉੱਥੋਂ ਜਿਹੜੀ ਆ ਹਿਜਰਤ ਜਿਹੜੀ ਕਰ ਚੁੱਕੇ ਆ। ਤੇ ਇਸ ਮੁੱਦੇ ਨੂੰ ਲੈ ਕੇ ਜਿਹੜੇ ਕੇਂਦਰੀ ਗ੍ਰਹਿ ਮੰਤਰੀ ਹੈ ਅਮਿਤ ਸ਼ਾਹ, ਉਹਨਾਂ ਨੇ ਇੱਕ ਮੀਟਿੰਗ ਵੀ ਸੱਦੀ ਆ ਵੀ ਸਾਰੀ ਸਿਕਿਉਰਿਟੀ ਦਾ ਜਾਇਜ਼ਾ ਲਿਆ ਜਾਵੇ। ਪਰ ਜਿਹੜਾ ਉੱਥੇ ਹਿੰਦੂਆਂ ਤੇ ਖਾਸ ਕਰਕੇ ਕਸ਼ਮੀਰੀ ਪੰਡਤਾਂ ਦੇ ਵਿੱਚ ਡਰ ਜਿਹੜਾ ਉਹ ਕਾਫੀ ਹੈ। ਇਸ ਮੁੱਦੇ ਬਾਰੇ ਤੁਸੀਂ ਕੀ ਕਹਿਣਾ ਚਾਹੁੰਦੇ? ਦੇਖੋ, ਇਹ ਤਾਂ ਖਾਸ ਕਰਕੇ ਲਗਾਤਾਰ ਜਿਹੜੇ ਕਸ਼ਮੀਰੀ ਪੰਡਤਾਂ ਦਾ ਮੁੱਦਾ ਹੈਗਾ, ਪਿਛਲੇ ਲਗਭਗ 2 ਦਹਾਕਿਆਂ ਤੋਂ 3 ਦਹਾਕਿਆਂ ਤੋਂ ਲਗਾਤਾਰ ਹੀ ਚੱਲ ਰਿਹਾ, ਔਰ ਉਹਦੇ ਵਿੱਚ ਬਾਰ-ਬਾਰ ਇਹ ਜ਼ਰੂਰ ਗੱਲ ਆਉਂਦੀ ਰਹੀ ਕਿ ਉਹਨਾਂ ਦਾ ਮੁੜ ਵਸੇਬੇ ਦੀ ਜਿਹੜੀ ਗੱਲ ਹੁੰਦੀ ਰਹੀ। ਪਹਿਲਾਂ ਦਿੱਲੀ 'ਚ ਵੀ ਕੈਂਪ ਬਣਾ ਕੇ ਉਹਨਾਂ ਨੂੰ ਰੱਖਿਆ ਗਿਆ। ਹੁਣ ਜਦੋਂ ਖਾਸ ਕਰਕੇ ਕੇਂਦਰ 'ਚ ਭਾਰਤੀ ਜਨਤਾ ਪਾਰਟੀ ਸਰਕਾਰ ਆਈ ਹੈ, ਤੇ ਇਹਨਾਂ ਨੇ ਵੀ ਇਸ ਮੁੱਦੇ ਨੂੰ ਆਪਣੀਆਂ ਪ੍ਰਾਥਮਿਕਤਾਵਾਂ ਦੇ ਵਿੱਚ ਰੱਖਿਆ ਸੀਗਾ। ਔਰ ਉਸ ਤੋਂ ਬਾਅਦ ਜਿਹੜਾ ਬਕਾਇਦਾ ਉੱਥੇ ਧਾਰਾ 370 ਵੀ ਖਤਮ ਕੀਤੀ ਗਈ, 35 ਇਹ ਵੀ ਖਤਮ ਕੀਤੀ ਗਈ, ਔਰ ਉਹਨਾਂ ਨੂੰ ਕੇਂਦਰੀ ਸ਼ਾਸਿਤ ਪ੍ਰਦੇਸ਼ ਵੀ ਬਣਾ ਦਿੱਤਾ ਗਿਆ ਕਿ ਉੱਥੇ ਜਿਹੜੀ ਸੁਰੱਖਿਆ ਵਧਾਈ ਜਾਵੇ, ਉਹ ਕੇਂਦਰ ਦੇ ਸਿੱਧਾ ਕੰਟਰੋਲ 'ਚ ਰਹੇ ਸਾਰਾ ਕੁਝ। ਉਸ ਦੇ ਬਾਵਜੂਦ ਉੱਥੇ ਇਹ ਸਾਰਾ ਕੁਝ ਰੁਕ ਨਹੀਂ ਰਿਹਾ। ਹੁਣ ਅਸੀਂ ਦੇਖਦੇ ਹਾਂ ਕਿ ਪਿਛਲੇ ਲਗਭਗ ਕੁਝ ਮਹੀਨਿਆਂ ਤੋਂ ਟਾਰਗੇਟਡ ਜਿਹੜੇ ਹੈ ਕਤਲ ਹੈ ਉੱਥੇ ਉਹ ਹੋ ਰਿਹਾ। ਉਹਦੇ ਵਿੱਚ ਮੁਸਲਮਾਨ ਵੀ ਸ਼ਾਮਲ ਹੈ, ਉਹਦੇ 'ਚ ਹਿੰਦੂ ਵੀ ਸ਼ਾਮਲ ਹੈ, ਉਹਦੇ 'ਚ ਕਸ਼ਮੀਰੀ ਪੰਡਤ ਵੀ ਸ਼ਾਮਲ ਹੈ। ਹਰ ਵਰਗ ਜਿਹੜਾ ਸਮਾਜ ਦਾ ਉਹਦੇ ਤੇ ਹੋ ਰਿਹਾ ਹੈਗਾ। ਪਰ ਹੁਣ ਕਿਉਂਕਿ ਕਸ਼ਮੀਰੀ ਪੰਡਤਾਂ ਦਾ ਜਿਹੜਾ ਮੁੱਦਾ ਹੈਗਾ, ਇਹ ਜ਼ਿਆਦਾ ਸੰਵੇਦਨਸ਼ੀਲ ਬਣਿਆ ਹੋਇਆ, ਔਰ ਉੱਥੇ ਸਰਕਾਰ ਦਾ ਯਤਨ ਹੈ ਕਿ ਉਹਨਾਂ ਨੂੰ ਵਸਾਇਆ ਜਾਵੇ। ਉੱਥੇ ਉਹਨਾਂ ਦੇ ਜਿਸ ਤਰ੍ਹਾਂ ਦੇ ਕੈਂਪ ਬਣਾਏ ਗਏ ਆ, ਜਿਸ ਤਰ੍ਹਾਂ ਦੀਆਂ ਉੱਥੇ ਕਲੋਨੀਆਂ ਬਣਾਈਆਂ ਗਈਆਂ, ਜਿਸ ਘਟਨਾ ਦਾ ਤੁਸੀਂ ਜ਼ਿਕਰ ਕੀਤਾ, ਉਹ ਘਟਨਾ ਦੇ ਵਿੱਚ ਜਿਹੜੀ ਬਾਰਾਮੂਲਾ ਦੀ ਜਿਹੜੀ ਇਹਨਾਂ ਦੀ ਕਲੋਨੀ ਹੈਗੀ ਆ, ਉਹ ਹਿੰਦੂ ਕਸ਼ਮੀਰੀ ਪੰਡਤਾਂ ਦੀ ਕਲੋਨੀ ਦੇ ਨਾਂ ਨਾਲ ਜਾਣੀ ਜਾਂਦੀ ਹੈ। ਉੱਥੇ ਲਗਭਗ 300 ਜਿਹੜੇ ਆ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਰਹਿੰਦੇ ਹੈਗੇ। ਤਾਂ ਉਹਨਾਂ ਨੂੰ ਉੱਥੇ ਜਿਸ ਤਰ੍ਹਾਂ ਸੁਰੱਖਿਆ ਸਾਰੀ ਮੁਹੱਈਆ ਕਰਾਈ ਗਈ ਸੀ, ਉਸ ਦੇ ਬਾਵਜੂਦ ਉੱਥੋਂ ਜਿਹੜੇ ਆ ਇਸ ਘਟਨਾ ਤੋਂ ਬਾਅਦ ਜਿਹੜੇ ਲਗਭਗ 125 ਪਰਿਵਾਰ ਉੱਥੋਂ ਛੱਡ ਕੇ ਆ ਗਏ। ਇਸ ਤਰ੍ਹਾਂ ਸ੍ਰੀਨਗਰ ਦੇ ਵਿੱਚ ਇੰਦਰਾ ਨਗਰ ਕਲੋਨੀ ਹੈ, ਉਹਨੂੰ ਹੁਣ ਉੱਥੇ ਵੀ ਜਿਹੜੇ ਕਸ਼ਮੀਰੀ ਪੰਡਤਾਂ ਦੇ ਪਰਿਵਾਰ ਰਹਿੰਦੇ ਆ, ਜਿਹੜੇ ਉੱਥੇ ਮੁਲਾਜ਼ਮ ਹੈ ਜਾਂ ਜਿਹੜੇ ਛੋਟੇ ਕਾਰੋਬਾਰੀ ਆ ਹੋਰ ਹੈ, ਉਹ ਉੱਥੇ ਰਹਿੰਦੇ ਆ। ਤਾਂ ਉਹਨਾਂ ਦੇ ਵੀ ਉਸ ਜਿਹੜੀ ਕਲੋਨੀ ਹੈਗੀ ਆ, ਉਸ ਨੂੰ ਸੀਲ ਕਰ ਦਿੱਤਾ ਗਿਆ ਤੇ ਸੁਰੱਖਿਆ ਉੱਥੇ ਬਹੁਤ ਵਧਾ ਦਿੱਤੀ ਗਈ ਹੈ। ਉਹ ਸ੍ਰੀਨਗਰ ਦੇ ਵਿੱਚ ਹੈ। ਇਸ ਤਰ੍ਹਾਂ ਹੀ ਹੋਰ ਜਿਹੜੇ ਵੱਖ-ਵੱਖ ਕੈਂਪ ਜਿੱਥੇ ਕਸ਼ਮੀਰੀ ਪੰਡਤਾਂ ਨੂੰ ਰੱਖਿਆ ਗਿਆ, ਉਹ ਉਹਨਾਂ ਨੂੰ ਜਾਂ ਉਹਨਾਂ ਦੇ ਰਹਿਣ ਦਾ ਵਸੇਬਾ ਹੈਗਾ, ਤਾਂ ਉਹਨਾਂ ਦੇ ਵੀ ਸੁਰੱਖਿਆ ਜਿਹੜੀ ਹੈ ਵਧਾਈ ਗਈ ਹੈ। ਪਰ ਗੱਲ ਅਸਲ ਦੇਖਣ ਵਾਲੀ ਜੰਮੂ ਜੀ ਇਹ ਹੈ ਕਿ ਉੱਥੇ ਉਹਨਾਂ ਦਾ ਭਰੋਸਾ ਕਿਸੇ ਵੀ ਤਰ੍ਹਾਂ ਬਹਾਲ ਨਹੀਂ ਹੋਇਆ, ਤੇ ਉਹ ਉੱਥੋਂ ਛੱਡ ਕੇ ਆਉਣਾ ਚਾਹੁੰਦੇ ਆ। ਜਿਹੜੀ ਸ੍ਰੀਨਗਰ ਦੀ ਕਲੋਨੀਆਂ, ਉੱਥੋਂ ਵੀ ਜਿਹੜੇ ਲੋਕ ਹਿਜਰਤ ਕਰਨਾ ਚਾਹੁੰਦੇ ਸੀ, ਔਰ ਬਕਾਇਦਾ ਹੁਣ ਉਹਨਾਂ ਨੇ ਇੱਕ ਮੁਲਾਜ਼ਮ ਜਥੇਬੰਦੀਆਂ ਵੱਲੋਂ ਤਾਂ ਅਲਟੀਮੇਟਮ ਦਿੱਤਾ ਗਿਆ 6 ਜੂਨ ਦਾ ਕਿ ਜੇ 6 ਜੂਨ ਤੱਕ ਇਹ ਸਾਡੇ ਮਾਮਲੇ ਨਹੀਂ ਸੁਧਰਦੇ ਤਾਂ ਅਸੀਂ ਇੱਥੇ ਦਫ਼ਤਰਾਂ ਵਿੱਚ ਵੀ ਨਹੀਂ ਆਵਾਂਗੇ। ਔਰ ਉਹਨਾਂ ਨੇ ਆਪਣੇ ਅਧਿਕਾਰੀਆਂ ਨੂੰ ਇਸ ਸਬੰਧ ਦੇ ਵਿੱਚ ਚਿੱਠੀਆਂ ਵੀ ਲਿਖ ਦਿੱਤੀਆਂ ਕਿ ਜਿੰਨੀ ਦੇਰ ਸਾਡੀ ਸੁਰੱਖਿਆ ਦੇ ਪੁਖਤਾ ਪ੍ਰਬੰਧ ਨਹੀਂ ਹੁੰਦੇ, ਅਸੀਂ ਆਪਣੀਆਂ ਡਿਊਟੀਆਂ ਨਹੀਂ ਜੁਆਇਨ ਕਰਾਂਗੇ, ਤੇ ਨਹੀਂ ਤੇ ਅਸੀਂ 6 ਜੂਨ ਤੋਂ ਬਾਅਦ ਜਿਹੜਾ ਕਸ਼ਮੀਰ ਜਾਂ ਵਾਦੀ ਛੱਡ ਕੇ ਅਸੀਂ ਚਲੇ ਜਾਵਾਂਗੇ ਆਪਣੇ ਵਾਪਸ ਸੁਰੱਖਿਅਤ ਥਾਵਾਂ ਦੇ ਉੱਤੇ। ਸੋ ਇਸ ਕਰਕੇ ਸਰਕਾਰ ਦੇ ਉੱਤੇ ਇਸ ਗੱਲ ਲਈ ਵੀ ਬਹੁਤ ਜ਼ਿਆਦਾ ਦਬਾਅ ਹੈਗਾ ਕੇਂਦਰ ਸਰਕਾਰ ਤੇ, ਕਿਉਂਕਿ ਇਸ ਵੇਲੇ ਹੁਣ ਉੱਥੋਂ ਦੀ ਕੋਈ ਸੂਬਾ ਸਰਕਾਰ ਨਹੀਂ ਜਿਹਦੇ ਤੇ ਉਹ ਉਂਗਲੀ ਠਾ ਸਕਣ ਜਾਂ ਜਿਹਦੇ ਬਾਰੇ ਇਹ ਕਹਿ ਸਕਣ ਕਿ ਉਹ ਉੱਥੇ ਪੂਰੀ ਸੁਰੱਖਿਆ ਨਹੀਂ ਦੇ ਪਾ ਰਹੇ। ਹੁਣ ਤਾਂ ਸਾਰਾ ਕੁਝ ਕਿਉਂਕਿ ਹੋਮ ਮਿਨਿਸਟਰੀ ਦੇ ਅੰਡਰ ਹੈ, ਇਸੇ ਕਰਕੇ ਬਿਲਕੁਲ ਤੁਸੀਂ ਜਿਹੜੀ ਗੱਲ ਕੀਤੀ ਹੈ ਕਿ ਕੇਂਦਰੀ ਜਿਹੜੇ ਗ੍ਰਹਿ ਮੰਤਰੀ ਆ, ਉਹਨਾਂ ਨੇ ਸੁਰੱਖਿਆ ਦੇ ਸੰਬੰਧ ਵਿੱਚ ਮੀਟਿੰਗ ਵੀ ਸੱਦੀ ਆ। ਹੁਣ ਦੇਖਣ ਵਾਲੀ ਗੱਲ ਇਹ ਹੈ ਕਿ ਉਹ ਸੁਰੱਖਿਆ ਕਿਸ ਕਿਸਮ ਦੀ ਉਹਨਾਂ ਨੂੰ ਮੁਹੱਈਆ ਕਰਾਉਂਦੇ, ਉਹ ਸੁਰੱਖਿਆ ਜਿਹੜੀ ਦੇਣ ਦਾ ਉਹ ਪ੍ਰਬੰਧ ਕਰਦੇ ਆ ਕਿ ਉਹ ਉੱਥੋਂ ਦੇ ਜਿਹੜੇ ਕਸ਼ਮੀਰੀ ਪੰਡਤ ਹੈ ਜਾਂ ਜਿਹੜੇ ਉੱਥੇ ਜਿਹੜੇ ਇਸ ਤਰ੍ਹਾਂ ਪੀੜਤ ਲੋਕ ਹੈ, ਉਹ ਉਹਨਾਂ ਦਾ ਕਿੰਨਾ ਉਹਦੇ ਨਾਲ ਭਰੋਸਾ ਬਹਾਰਾਂ ਉੱਥੇ ਰਹਿਣ ਵਾਲੀ ਸਥਿਤੀ 'ਚ ਰਹਿਣਗੇ ਜਾਂ ਨਹੀਂ ਰਹਿਣਗੇ, ਜਾਂ ਸਰਕਾਰ ਜਿਸ ਤਰ੍ਹਾਂ ਉੱਥੇ ਕਲੋਨੀ ਸੀਲ ਕਰਤੀ ਹੈ ਕਿ ਉੱਥੇ ਉਹਨਾਂ ਨੂੰ ਰੱਖਣ ਦਾ ਯਤਨ ਕਰੇਗੀ ਤਾਂ ਜੋ ਸਰਕਾਰ ਦੀ ਇਸ ਤਰ੍ਹਾਂ ਦੀ ਬਦਨਾਮੀ ਨਾ ਹੋਵੇ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵੀ ਸਰਕਾਰ ਜਿਹੜੀ ਹੈ ਉੱਥੇ ਸੁਰੱਖਿਆ ਮੁਹੱਈਆ ਨਹੀਂ ਕਰ ਪਾ ਰਹੀ।
ਅਸਲ ਗੱਲ ਤਾਂ ਜੰਮੂ ਜੀ ਉੱਥੇ ਇਹ ਹੈ ਕਿ ਜਿੰਨੀ ਦੇਰ ਉਹ ਸਾਰੇ ਮਾਮਲੇ ਦਾ ਰਾਜਸੀ ਹੱਲ ਨਹੀਂ ਹੁੰਦਾ, ਉੱਥੇ ਇਸ ਹਿੰਸਾ ਨੂੰ ਇਹ ਕੰਟਰੋਲ ਤਾਂ ਕੀਤਾ ਜਾ ਸਕਦਾ, ਕੁਝ ਸਮੇਂ ਲਈ ਉਹਦੇ ਤੇ ਕਾਬੂ ਵੀ ਪਾਇਆ ਜਾ ਸਕਦਾ, ਕੰਟੇਨ ਕੀਤਾ ਜਾ ਸਕਦਾ, ਪਰ ਇਹ ਨਹੀਂ ਹੈ ਕਿ ਉਹਦਾ ਪਰਮਾਨੈਂਟ ਜਿਹੜਾ ਪੱਕਾ ਹੱਲ ਹੈ ਉਹ ਤਾਂ ਉਦੋਂ ਹੀ ਹੋਏਗਾ ਜਦੋਂ ਉੱਥੋਂ ਦੇ ਲੋਕਾਂ ਨਾਲ ਗੱਲਬਾਤ ਕਰਕੇ ਉੱਥੋਂ ਦੀਆਂ ਜਿਹੜੀਆਂ ਲੋਕਾਂ ਦੀਆਂ ਸਮੱਸਿਆਵਾਂ ਉਹਨਾਂ ਨੂੰ ਤਾਂ ਕੋਈ ਹੱਲ ਕੱਢਣ ਦੇ ਲਈ ਯਤਨ ਹੋਣਗੇ। ਤੁਹਾਨੂੰ ਯਾਦ ਹੋਏਗਾ ਕਿ ਜਦੋਂ ਅਟਲ ਬਿਹਾਰੀ ਵਾਜਪਾਈ ਪ੍ਰਧਾਨ ਮੰਤਰੀ ਸੀ ਤਾਂ ਉਹਨਾਂ ਨੇ ਇੱਕ ਯਤਨ ਕੀਤਾ ਸੀ, ਤਾਂ ਅਜੇ ਤੱਕ ਕੋਈ ਜਿਹੜੀਆਂ ਕਸ਼ਮੀਰ ਦੀਆਂ ਰਾਜਸੀ ਪਾਰਟੀਆਂ ਉੱਥੋਂ ਦੀਆਂ ਹੋਰ ਸੰਗਠਨ ਹੈ ਉਹ ਇਹੀ ਮੰਗ ਕਰਦੇ ਆ ਕਿ ਵਾਜਪਾਈ ਵਾਲੇ ਫਾਰਮੂਲੇ ਦੇ ਨਾਲ ਜਿਹੜਾ ਹੱਲ ਨਿਕਲ ਸਕਦਾ ਹੈ ਤੇ ਉਸ ਪਾਸੇ ਨੂੰ ਗੱਲ ਤੋਰੀ ਜਾਵੇ। ਪਰ ਗੱਲ ਕਿਉਂਕਿ ਉਸ ਪਾਸੇ ਤੁਰਨ ਤੋਂ ਪਹਿਲਾਂ ਹੀ ਜਿਹੜੀ ਹੈ ਕਿ ਧਾਰਾ 370 ਖਤਮ ਕਰਕੇ 35 ਖਤਮ ਕਰਕੇ ਹੁਣ ਉਹਦੇ ਵਿਰੁੱਧ ਉੱਥੇ ਜਿਹੜੀਆਂ ਰਾਜਸੀ ਪਾਰਟੀਆਂ ਲਗਾਤਾਰ ਇਹ ਮੰਗ ਕਰ ਰਹੀਆਂ ਕਿ ਉਹ ਧਾਰਾ ਨੂੰ ਖਤਮ ਕਰਕੇ ਇੱਥੇ ਜਿਹੜਾ ਸਟੇਟ ਦਾ ਜਿਹੜਾ ਰੁਤਬਾ ਹੈਗਾ ਜੰਮੂ ਕਸ਼ਮੀਰ ਦਾ ਰਾਜ ਦਾ ਉਹ ਬਹਾਲ ਕੀਤਾ ਜਾਵੇ। ਬੇਸ਼ੱਕ ਉੱਥੇ ਹੁਣ ਜਿਹੜੀ ਇਹਨਾਂ ਨੇ ਡੀਲਿਮਿਟੇਸ਼ਨ ਵੀ ਹੋਈ ਆ ਹਲਕਿਆਂ ਦੀ, ਉਹਦੇ ਤੇ ਵੀ ਕਈ ਤਰ੍ਹਾਂ ਦੇ ਸਵਾਲ ਉੱਠੇ ਆ, ਪਾਰਟੀ ਨੇ ਉਸਦਾ ਵਿਰੋਧ ਵੀ ਕੀਤਾ ਤੇ ਸੋ ਇਸ ਕਰਕੇ ਉੱਥੇ ਜਿਹੜੀਆਂ ਹੁਣ ਚੋਣਾਂ ਕਦੋਂ ਹੋਣਗੀਆਂ, ਹੁਣ ਸੂਬੇ ਦਾ ਦਰਜਾ ਮਿਲਦਾ ਨਹੀਂ ਮਿਲਦਾ, ਮਤਲਬ ਉੱਥੇ ਜਿਹੜੇ ਰਾਜਸੀ ਹੱਲ ਹੈਗੇ ਮਾਮਲਿਆਂ ਦੇ ਉਹ ਜਿੰਨੀ ਦੇਰ ਨਹੀਂ ਹੁੰਦੇ ਉਨੀ ਦੇਰ ਉੱਥੇ ਪੂਰੀ ਤਰ੍ਹਾਂ ਸ਼ਾਂਤੀ ਦੀ ਕੋਈ ਗੱਲ ਗਰੰਟੀ ਨਹੀਂ ਕੀਤੀ ਜਾ ਸਕਦੀ। ਪਰ ਇਹ ਜ਼ਰੂਰ ਹੈ ਕਿ ਤੁਸੀਂ ਉੱਥੇ ਸੁਰੱਖਿਆ ਵਧਾ ਕੇ, ਫੌਜ ਹੋਰ ਵਧਾ ਕੇ, ਪੁਲਿਸ ਦੇ ਹੋਰ ਸੁਰੱਖਿਆ ਵਧਾ ਕੇ ਉਹਨੂੰ ਕੰਟੇਨ ਕਰ ਸਕਦੇ ਹਾਂ, ਕੁਝ ਲਈ ਕੰਟਰੋਲ ਕਰ ਸਕਦੇ ਹਾਂ, ਪਰ ਪੱਕਾ ਹੱਲ ਜਿਹੜਾ ਹੈ ਉਹ ਉਦੋਂ ਹੀ ਹੋਏਗਾ ਜਦੋਂ ਉਹਨਾਂ ਦੀਆਂ ਰਾਜਸੀ ਮਾਮਲਿਆਂ ਦੇ ਰਾਜਸੀ ਆਗੂਆਂ ਨਾਲ ਬੈਠ ਕੇ ਕੋਈ ਕਿਸੇ ਸਮਝੌਤੇ ਤੇ ਪਹੁੰਚਿਆ ਜਾਏਗਾ। ਸੋ ਜਨਰਲ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਧੰਨਵਾਦ।